ਸੁੱਖ ਨਾਲ ਤੇਰਾ ਕਾਕਾ ਵੀ ਹੁਣ ਜਵਾਨ ਹੋ ਗਿਆ। ਜੇ ਉਹਦਾ ਮੰਗਣਾ ਕਰਨਾ ਚਾਹੁੰਨਾ ਤਾਂ ਮੇਰੇ ਹੱਥ ਵਿੱਚ ਇੱਕ ਰਿਸ਼ਤਾ, ਬਹੁਤ ਪੜ੍ਹੀ ਲਿਖੀ ਕੁੜੀ, ਲੰਮੀ ਲੰਜੀ, ਜੇ ਦੇਖੇਗਾ ਤਾਂ ਦੇਖਦਾ ਹੀ ਰਹਿ ਜਾਏਗਾ। ਬਾਈ ਕੁੜੀ ਤਾਂ ਠੀਕ ਆਪਾਂ ਦੇਖ ਲਾਂਗੇ, ਉਹਨਾਂ ਕੋਲ ਕੁਝ ਦੇਣ ਲੈਣ ਲਈ ਵੀ ਹੈ ਕਿ ਨਹੀਂ? ਪਹਿਲਾਂ ਇੱਕ ਵਾਰੀ ਕੁੜੀ ਤਾਂ ਦੇਖ ਕੇ ਪਸੰਦ ਕਰ ਲੋ, ਜਿਵੇਂ ਕਹੇਗਾ ਉਵੇਂ ਕਰਵਾ ਦੂੰਗਾ। ਕੁੜੀ ਤਾਂ ਠੀਕ ਹੈ, ਆਪਾਂ ਐਤਵਾਰ ਨੂੰ ਦੇਖ ਲੈਂਦੇ ਆ। ਬਾਈ ਕੁੜੀ ਇਹਦੇ ਨਾਲ ਗੱਲ ਕਰਕੇ ਮੀਟਿੰਗ ਫਿਕਸ ਕਰਕੇ ਸਾਨੂੰ ਦੱਸ ਦੀ। ਠੀਕ ਹੈ ਰੂਪ ਸਿੰਘ, ਪਰ ਇੱਕ ਗੱਲ ਦਾ ਖਿਆਲ ਰੱਖੀ, ਜਿਹੜੀ ਡਿਮਾਂਡ ਕਰਾਂਗੇ ਪੂਰੀ ਹੋਣੀ ਚਾਹੀਦੀ ਹੈ। ਬਸ ਠੀਕ ਆ, ਮੈਂ ਅੱਜ ਹੀ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਕੱਲ ਨੂੰ ਫੋਨ ਕਰਦਾ ਵੀ ਮਿਲਣਾ ਕਿੱਥੇ ਆ। ਠੀਕ ਹੈ ਫਿਰ, ਗੱਲ ਪੱਕੀ ਰਹੀ। ਹਾਂਜੀ ਸਰਦਾਰ ਧਰਮ ਸਿੰਘ ਜੀ, ਆ ਬੈਠੀ ਹੈ ਕੁੜੀ, ਦੇਖ ਲਓ, ਪਸੰਦ ਕਰ ਲਓ, ਆਪੋ ਆਪਣੀ ਸਾਹਮਣੇ ਗੱਲ ਕਰ ਲਓ। ਬਾਈ ਸੱਚੀ ਰੂਪ ਸਿੰਘ, ਕੁੜੀ ਤਾਂ ਵਾਵਾ ਸੋਹਣੀ ਹੈ, ਸੱਚੀ ਮੂਰਤ ਹੈ। ਬਾਕੀ ਆਪਾਂ ਕਿਹੜੀ ਨਾਲ ਸਲਾਹ ਕਰ ਲੈਨੇ ਆ। ਹਾਂ ਬਈ ਕਿਹੜੀ ਪਸੰਦ ਆ ਕੁੜੀ? ਇਟਸ ਓਕੇ ਵਿਦ ਮੀ ਡੈਡ। ਇਹ ਦੂਜਾ ਕੀ ਹੈ? ਇਹ ਤਾਂ ਮੇਰੇ ਪੈਰ ਵਰਗਾ ਵੀ ਨਹੀਂ। ਹੁਣੇ ਕਹਿ ਦਿੰਦੀ ਆ ਮੈਨੂੰ ਨਹੀਂ ਪਸੰਦ। ਨਹੀਂ ਨਹੀਂ, ਜੇ ਮੈਂ ਨਾ ਕਰਦੀ ਕਿਤੇ ਬਾਪੂ ਨੂੰ ਵੀ ਤਾਏ ਵਾਂਗ ਜਿੱਦਾਂ ਕਰਦੇ ਨੇ ਕਰ ਲੈਣ ਦੇ। ਕਿਉਂ ਧੀਏ, ਪਸੰਦ ਹੈ ਮੁੰਡਾ? ਹਾਂ ਮਾਂ, ਪਸੰਦ ਹੈ। ਹਾਂ ਦਲਜੀਤ ਪੁੱਤ, ਤੂੰ ਦੱਸ। ਮੈਂ ਤਾਂ ਇਹਨੂੰ ਆਪਣੀ ਝੋਲੀ ਪਾ ਕੇ ਲੈ ਕੇ ਜਾਨੀ ਆ ਤੇ ਆਪਣੀ ਭੈਣ ਬਣਾ ਕੇ ਰੱਖੂੰਗੀ। ਲਓ ਜੀ ਬਲਵੀਰ ਸਿੰਘ ਜੀ, ਫਿਰ ਗੱਲ ਪੱਕੀ ਰਹੀ। ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਉਹ ਤੁਹਾਨੂੰ ਵੀ ਵਧਾਈਆਂ ਜੀ। ਤੁਹਾਨੂੰ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਧਰਮ ਸਿੰਘ ਜੀ। ਤੁਹਾਨੂੰ ਵੀ ਵਧਾਈਆਂ। ਲਓ ਜੀ ਸਰਦਾਰ ਸਾਹਿਬ, ਹੁਣ ਆਪਾਂ ਆਪਸ ਦੇ ਵਿੱਚ ਗੱਲਬਾਤ ਕਰ ਲਈਏ। ਪਰਮਾਤਮਾ ਦੀ ਕਿਰਪਾ ਨਾਲ ਇਹ ਰਿਸ਼ਤਾ ਪੂਰ ਚੜ ਗਿਆ। ਇਹ ਆ ਲਓ ਜੀ ਤੁਹਾਡੀ ਮਾਨਤ 12 ਲੱਖ ਰੁਪਇਆ ਤੇ ਇਹਦੇ ਵਿੱਚ 50,000 ਰੁਪਇਆ ਹੋਰ ਹੈ। ਰੂਪ ਸਿੰਘ ਤੇਰਾ ਮਾਣ ਤਾਣ। ਵਾਹ ਬਈ ਰੂਪ ਸਿੰਘ, ਕਮਾਲ ਕਰਤੀ। ਵੀ ਸਵਾਦ ਆ ਗਿਆ ਵਿਚੋਲਾ ਬਣਨ ਦਾ। ਅੱਗੇ ਤਾਂ ਲੋਕ 1000 ਰੁਪਏ ਦੀ ਛਾਪ ਪਾ ਕੇ ਹੀ ਸਾਰ ਦਿੰਦੇ ਸੀ। ਉਹ ਕਹਿਲੇ ਪੁੱਤ ਉੱਠ, ਚੱਲ ਪੱਠੇ ਵੱਢ ਲਈਏ ਟਾਈਮ ਨਾਲ। ਦਿਨ ਦੇ ਕਿੱਥੇ ਚੜਾ ਹੈ। ਚੱਲਦੇ ਆ ਬਾਪੂ, ਘੁੱਟ ਚਾਹ ਪੀਣਾ, ਫੇਰ ਜੋੜਦਾ ਰੇੜਾ। ਲੈ ਫੜ ਪੁੱਤ, ਨਾਲੇ ਆਪਣੇ ਬਾਪੂ ਜੀ ਨੂੰ ਦੇ ਦੇ। ਆ ਲਓ ਬਾਪੂ ਜੀ। ਛੇਤੀ ਪੀ ਚਾਹ, ਟਾਈਮ ਨਾਲ ਪੱਠੇ ਵੱਢ ਲਈਏ ਆਪਾਂ। ਚਲੋ ਤੁਸੀਂ ਚਾਹ ਪੀ ਕੇ ਆ ਜਾਓ, ਮੈਂ ਰੇੜਾ ਜੋੜਦਾ ਉਦੋਂ ਤੱਕ। ਚੱਲ। ਹੋ ਕੀ ਗੱਲ ਬਾਪੂ, ਕੀ ਸੋਚੀ ਜਾਨਾ? ਸੋਚਦਾ ਪੁੱਤ, ਆਪਣੀ ਸੁੱਖੀ ਹੁਣ ਵਿਆਹਣ ਜੋਗੀ ਹੋ ਗਈ ਐ। ਕੋਈ ਚੰਗਾ ਮੁੰਡਾ ਵੇਖ ਕੇ ਉਹਦੇ ਹੱਥ ਪੀਲੇ ਕਰਦਾ। ਗੱਲ ਤਾਂ ਤੇਰੀ ਠੀਕ ਆ ਬਾਪੂ, ਬਈ ਕੋਈ ਚੰਗਾ ਜਿਹਾ ਘਰ ਵੇਖ ਕੇ ਨਿਭਾ ਦੇ ਆਪਣਾ ਫਰਜ਼, ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆ। ਪਰ ਹਾਂ ਬਾਪੂ ਜੀ, ਮੈਂ ਇੱਕ ਸਲਾਹ ਦਿਆਂਗਾ, ਜੇ ਤੁਸੀਂ ਮੰਨੋ ਤਾਂ। ਕਮਾਲ ਦੀ ਗੱਲ ਕਰਦਾ ਪੁੱਤ, ਹੁਣ ਤੂੰ ਮੇਰੇ ਬਰਾਬਰ ਦਾ ਹੋ ਗਿਆ। ਤੇਰੀ ਗੱਲ ਨਹੀਂ ਮੰਨੂ ਤਾਂ ਕਿਹਦੀ ਮੰਨੂ? ਦੱਸ ਮੇਰਾ ਸ਼ੇਰ। ਬਾਪੂ ਜੀ ਆਪਣੀ ਸੁੱਖੀ ਸੁੱਖ ਨਾਲ ਪੜ੍ਹੀ ਵੀ ਬਹੁਤ ਆ, ਅੰਗਰੇਜ਼ੀ ਤੇ ਕਮਾਂਡ ਵੀ ਉਹਦੀ ਵਧੀਆ। ਕਿਉਂ ਨਾ ਆਪਾਂ ਕੋਈ ਬਾਹਰਲੇ ਘਰ ਦਾ ਰਿਸ਼ਤਾ ਵੇਖੀ ਉਹਦੇ ਵਾਸਤੇ। ਗੱਲ ਤਾਂ ਤੂੰ ਠੀਕ ਕਰਦਾ ਪੁੱਤ, ਪਰ ਬਾਹਰਲਿਆਂ ਨਾਲ ਪੂਰੀਆਂ ਪਾਉਣੀਆਂ ਬਹੁਤ ਔਖੀਆਂ ਨੇ। ਬਾਪੂ ਜੀ, ਜੇ ਆਪਾਂ ਇੱਕ ਵਾਰੀ ਮਾੜੇ ਜਿਹੇ ਔਖੇ ਹੋ ਕੇ ਵਿਆਹ ਕਰ ਵੀ ਦਿੰਨੇ ਆ, ਉਹ ਕੱਲ ਨੂੰ ਸੁੱਖੀ ਤਾਂ ਆਪਣੀ ਰਾਜ ਕਰੂ। ਨਾਲੇ ਹੋ ਸਕਦਾ ਜੇ ਮਹਾਰਾਜ ਨੇ ਚਾਹਿਆ ਮੇਰਾ ਵੀ ਕੋਈ ਬਾਹਰ ਦਾ ਗੇੜਾ ਲੱਗ ਜੇ। ਪਰ ਪੁੱਤ ਆਪਾਂ ਇੰਨੇ ਪੈਸਿਆਂ ਜੁਗਾੜ ਕਿੱਥੋਂ ਕਰ ਲਾਂਗੇ? ਪੈਸੇ ਦੀ ਪਰਵਾਹ ਨਾ ਕਰੋ ਬਾਪੂ ਜੀ, ਜੇ ਕੋਈ ਹੋਰ ਚਾਰਾ ਨਾ ਚੱਲਿਆ ਨਾ, ਉਹ ਇੱਕ ਕਿੱਲਾ ਪੈਲੀ ਵੇਚ ਦਾਂਗੇ। ਉਹ ਮੈਂ ਸੋਚੂਗਾ ਅਸੀਂ 2 ਭਰਾ ਸੀ ਤੇ 1 ਕਿੱਲਾ ਦੂਜੇ ਨੂੰ ਵੱਧ ਚਲੇ ਗਏ। ਚੱਲ ਠੀਕ ਹੈ, ਫਿਰ ਮੈਂ ਕਰਦਾ ਰੂਪ ਨਾਲ ਗੱਲ। ਉਹ ਬਾਹਰਲੇ ਰਿਸ਼ਤੇ ਕਰਾਉਂਦਾ ਰਹਿੰਦਾ, ਕੀ ਪਤਾ ਕੋਈ ਗੱਲ ਬਣੀ ਜਾਵੇ। ਚੱਲ ਤੂੰ ਵੱਢ ਪੱਠੇ, ਮੈਂ ਨੱਕਾ ਮੋੜ ਕੇ ਆਇਆ।
ਭਾਈ ਰੂਪ ਸਿਆ। ਹਾਂਜੀ ਰੂਪ ਸਿੰਘ ਜੀ ਘਰੇ ਹੀ ਨੇ? ਜੀ ਨਹੀਂ, ਉਹ ਘਰੇ ਨਹੀਂ ਗਏ, ਉਹ ਨਿਆਈ ਵਾਲੇ ਖੇਤ ਤੇ ਗਏ ਹੋਏ ਨੇ। ਚਲੋ ਫਿਰ ਉਹਨਾਂ ਨੂੰ ਖੇਤ ਹੀ ਮਿਲ ਲੈਣਾ ਮੈਂ। ਚਾਹ ਪੀ ਜੋ, ਆਜੋ। ਨਾ ਨਾ ਭਾਈ ਬਸ। ਰੂਪ ਸਿਆ। ਆਉਣਾ ਬਾਈ ਆਉਣਾ, ਬੈਠ। ਉਹ ਬੱਲੇ 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 ਬਾਈ, ਬਲਵੀਰ ਸਿੰਘ ਕੀ ਹਾਲ ਆ ਬਾਈ? ਪੁਰਾਣਿਆ ਯਾਰਾ। ਉਹ ਤੂੰ ਸੁਣਾ ਜੁੰਡੀ ਦਿਆ ਯਾਰਾ, ਕਿਵੇਂ ਐ? ਠੀਕ ਆ ਬਾਈ, ਹੋਰ ਸੁਣਾ। ਬਸ ਵਧੀਆ। ਕਿਵੇਂ ਚੱਕਰ ਮਾਰਿਆ? ਆਇਆ ਤਾਂ ਤੇਰੇ ਕੋਲ ਬਹੁਤ ਵੱਡੇ ਕੰਮ ਆ, ਇੱਕ ਜੇ ਪੂਰਾ ਕਰ ਦੇ ਤਾਂ। ਯਾਰ ਹੁਕਮ ਕਰ, ਕੀ ਬੁਝਾਰਤਾਂ ਜੀਆਂ ਪਾਈ ਜਾਨਾ? ਆਪਣੀ ਸੁੱਖੀ ਹੁਣ ਰੱਬ ਦੀ ਕਿਰਪਾ ਨਾਲ ਵਿਆਹਣ ਜੋਗੀ ਹੋ ਗਈ ਐ। ਮੈਂ ਸੋਚਦਾ ਕੋਈ ਚੰਗਾ ਜਿਹਾ ਵਰਕਰ ਲੱਭ ਕੇ ਉਹਦੇ ਹੱਥ ਪੀਲੇ ਕਰਦਾ ਤੇ ਮੇਰੀ ਜ਼ਿੰਮੇਵਾਰੀ ਪੂਰੀ ਹੋ ਜਾਏ। ਫਿਰ ਦੱਸ ਮੇਰੇ ਲਈ ਕੋਈ ਸੇਵਾ। ਦੇਖ ਯਾਰ ਰੂਪ, ਆਪਣੀ ਕੁੜੀ ਵਧੀਆ ਪੜ੍ਹ ਲਿਖ ਲਈ ਐ, ਸੋਹਣੀ ਸੁਨੱਖੀ ਵੀ ਬਹੁਤ ਐ। ਮੈਂ ਸੋਚਦਾ ਜੇ ਉਹਦੇ ਲਈ ਕੋਈ ਬਾਹਰਲਾ ਰਿਸ਼ਤਾ ਲੱਭ ਜੇ ਤਾਂ। ਤੂੰ ਇਹੋ ਜਿਹੇ ਕੰਮ ਕਰਦਾ ਰਹਿਣਾ, ਉਹਦੇ ਵਾਸਤੇ ਲੱਭ ਕੋਈ ਰਿਸ਼ਤਾ ਬਾਹਰਲਾ। ਲੈ ਇਹ ਵੀ ਕੋਈ ਵੱਡੀ ਗੱਲ ਆ। ਲੈ ਮੈਂ ਸਵੇਰੇ ਜਾਣਾ ਧਰਮ ਸਿੰਘ ਬਰਨਾਲੇ ਵਾਲੇ ਕੋਲੇ, ਉਹ ਆਪਦੇ ਮੁੰਡੇ ਦਾ ਵਿਆਹ ਕਰਨ ਵਾਸਤੇ ਕੈਨੇਡਾ ਤੋਂ ਆਇਆ ਹੋਇਆ, ਕੈਨੇਡਾ ਤੋਂ। ਪਰ ਸੋਚ ਲੈ ਬਲਵੀਰ ਸਿਆ, ਇਹ ਬਾਹਰ ਲਿਆਣਾ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ। ਥੱਬਾ ਨੋਟਾਂ ਦਾ ਲੱਗਦਾ ਥੱਬਾ। ਉਹ ਤੂੰ ਪੈਸਿਆਂ ਦੀ ਫਿਕਰ ਨਾ ਕਰ, ਜਿੱਥੇ ਇੱਕ ਵਿਕਦਾ ਆਪਾਂ ਦੋ ਵੇਚ ਦਾਂਗੇ। ਤੂੰ ਚੰਗਾ ਵਰਕਰ ਲੱਭ ਤੇ ਕੰਮ ਠੋਕ ਕੇ ਕਰ। ਲੈ ਮੈਂ ਕੱਲ ਨੂੰ ਹੀ ਜਾ ਕੇ ਤੈਨੂੰ ਖੁਸ਼ਖਬਰੀ ਦਿੰਨਾ ਫਿਰ। ਚੱਲ ਠੀਕ ਹੈ ਰੂਪ, ਮੈਂ ਤੁਰਦਾ ਫਿਰ। ਚੰਗਾ ਬਾਈ। ਮੈਂ ਉਡੀਕ ਕਰੂੰਗਾ ਤੇਰੀ। ਯਾਦ ਰੱਖੀ, ਤੇਰਾ ਮਾਣ ਤਾਣ ਵੀ ਰੱਜ ਕੇ ਕਰਾਂਗੇ, ਜਿਵੇਂ ਤੂੰ ਕਹੇ ਓਵੇਂ। ਚੰਗਾ ਫਿਰ, ਚੰਗਾ ਚੱਲਦਾ ਮੈਂ। ਧਰਮ ਸਿੰਘ ਜੀ ਘਰੇ ਹੀ ਆ ਜੀ? ਹਾਂਜੀ ਘਰੇ ਹੀ ਨੇ। Yeah, I'm in India right now. ਉਹ ਬੱਲੇ 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 ਬਈ, ਐਡਾ ਪੋਲਾ ਸੋਫਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਬਈ। ਇਹ ਤਾਂ ਰੂਨ ਵਾਲਾ ਵੀ ਪੋਲਾ ਬਈ, ਪਰਦੇ ਬੜੇ ਵਧੀਆ ਲੱਗੇ ਹੋਏ ਨੇ ਬਈ। ਵਾਕੇ ਬਲਾਈਤੀਏ ਹੁੰਦੇ ਨੇ। ਕਮਾਲ ਕੀਤੀ ਆ ਵੀ ਧਰਮ ਸਿੰਘ ਨੇ ਤਾਂ। ਉਹ ਬੱਲੇ ਬੱਲੇ ਬੱਲੇ, ਉਹ ਕੀ ਹਾਲ ਹੈ ਤੇਰਾ ਰੂਪ ਸਿਓ? ਉਹ ਬੜੇ ਚਿਰਾਂ ਬਾਅਦ ਮਿਲਣ ਆਇਆ ਹੈ। ਸਤਿ ਸ੍ਰੀ ਅਕਾਲ ਜੀ ਧਰਮ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰਦਾਰ ਉਹ ਧਰਮ ਭਾਈ ਸਿੰਘ ਸਤਿ ਜੀ। ਸ੍ਰੀ ਅਕਾਲ ਭਾਈ ਰੂਪ ਸਿਓ, ਸਭ ਠੀਕ ਹੈ? ਬੜੇ ਚਿਰਾਂ ਬਾਅਦ ਆਇਆ ਹੈ। ਧਰਮ ਸਿੰਘ ਅਸੀਂ ਤਾਂ ਇੱਥੇ ਰਹਿੰਦੇ ਆ, ਤੁਸੀਂ ਸਬੱਬ ਨਾਲ ਗੇੜਾ ਮਾਰਦੇ ਹੋ। ਇਹ ਗੱਲ ਤੇਰੀ ਠੀਕ ਹੈ ਰੂਪ ਸਿਓ। ਬਈ ਜਦੋਂ ਦੀ ਕੈਨੇਡਾ ਜਾ ਕੇ ਸੈਟਿੰਗ ਕਰੀ ਹੈ ਨਾ, ਕੰਮਕਾਰ ਹੀ ਇੰਨਾ ਵੱਧ ਗਿਆ ਕਿ ਪੰਜਾਬ ਨੂੰ ਤਾਂ ਭੁੱਲ ਹੀ ਬੈਠੇ ਆ। ਉਹ ਤੂੰ ਕੁਝ ਖਾ ਪੀ ਤਾਂ ਸਹੀ। ਉਹ ਛੋਟੂ, ਚਾਹ ਪਾਣੀ ਲਿਆਓ ਅੰਕਲ ਜੀ ਵਾਸਤੇ। ਹੋਰ ਸੁਣਾ ਧਰਮ ਸਿਆ, ਕਿੱਦਾਂ ਲੰਘਦੇ ਦਿਨ ਪ੍ਰਦੇਸਾਂ ਵਿੱਚ? ਉਹ ਦਿਨ ਕਦੇ ਭਰਾਵਾ, ਦਿਨ ਰਾਤ ਕੰਮ, 24 ਆਵਰਸ ਭੱਜ ਦੌੜ, ਘਰਾਂ ਦੀਆਂ ਕਿਸ਼ਤਾਂ, ਕਰਜ਼ੇ, ਬਿਲਸ, ਮੱਤ ਮਾਰੀ ਪਈ ਜਮਾਈ ਕੈਨੇਡਾ ਨੇ। ਮੈਂ ਤਾਂ ਸੁਣਿਆ ਕੈਨੇਡਾ ਸਵਰਗ ਆ, ਤੁਸੀਂ ਉਹਨੂੰ ਨਰਕਾਂ ਤੋਂ ਵੀ ਭੈੜੀ ਦੱਸਦੇ ਹੋ। ਨਾਲੇ ਕਹਿੰਦੇ ਉੱਥੇ ਕਾਨੂੰਨ ਹੀ ਬੜੇ ਵਧੀਆ ਨੇ। ਇਹ ਗੱਲ ਤੇਰੀ ਠੀਕ ਹੈ ਰੂਪ ਸਿਓ। ਬਾਈ ਇੱਕ ਲਾਅ ਕਰਕੇ ਹੀ ਦੁਨੀਆ ਚੰਗੀ ਲੱਗਦੀ ਹੈ ਕੈਨੇਡਾ ਦੀ, ਨਹੀਂ ਤਾਂ ਉੱਥੇ ਕੋਈ ਵੀ ਨਾ ਜਾਵੇ। ਇੰਡੀਆ ਵਾਂਗੂ ਨਹੀਂ, ਜਿਹੜੇ ਦਫ਼ਤਰ ਜਾਓ ਪੈਸੇ ਹੱਥ 'ਚ ਲੈ ਕੇ ਜਾਓ, 100 ਧੱਕੇ ਖਾਓ ਤੇ ਨਾਲੇ ਕੋਈ ਕੰਮ ਵੀ ਨਾ ਬਣੇ। ਉਹ ਦਫ਼ਤਰੀ ਕੰਮ ਤਾਂ ਉੱਥੇ ਘਰੇ ਬੈਠੇ ਦੇ ਹੀ ਹੋ ਜਾਂਦੇ ਆ। ਬਸ ਇੱਕ ਫੋਨ ਲਾਉਣ ਦੀ ਲੋੜ ਪੈਂਦੀ ਹੈ ਤੇ ਨਾਲੇ ਜੇ ਉੱਠ ਕੇ ਦਫ਼ਤਰ ਚੱਲ ਜਾਓ ਨਾ ਤਾਂ ਪੂਰਾ ਸਤਿਕਾਰ ਮਿਲਦਾ ਹੈ। ਅੰਗਰੇਜ਼ ਲੋਕ ਇਨਸਾਨੀਅਤ ਦਾ ਬਹੁਤ ਸਤਿਕਾਰ ਕਰਦੇ ਨੇ। ਉਹ ਛੋਟੂ, ਚਾਹ ਨਹੀਂ ਆਈ ਹਜੇ ਤੱਕ? ਆ ਲਓ ਅੰਕਲ ਜੀ ਚਾਹ। ਲਓ ਜੀ ਰੂਪ ਸਿਓ, ਚਾਹ ਪੀਓ। ਲਿਆਓ ਜੀ। ਧਰਮ ਸਿਆ, ਇੰਨਾ ਮਾੜਾ ਆਪਣਾ ਪੰਜਾਬ ਵੀ ਨਹੀਂ, ਤੁਸੀਂ ਇੱਥੇ ਆ ਕੇ ਕਿਉਂ ਨਹੀਂ ਰਹਿਣ ਲੱਗ ਜਾਂਦੇ? ਉਹ ਨਹੀਂ ਭਰਾਵਾ, ਹੁਣ ਸਾਡੇ ਵਾਸਤੇ ਦੀ ਗੱਲ ਨਹੀਂ। ਉਹ ਬੱਚੇ ਹੁਣ ਜਵਾਨ ਹੋ ਗਏ ਨੇ, ਉਹ ਇੱਥੇ ਦਾ ਰਹਿਣਾ ਸਹਿਣਾ ਕਲਚਰ ਪਸੰਦ ਨਹੀਂ ਕਰਦੇ। ਉਹਨਾਂ ਦੇ ਦਿਲਾਂ 'ਚ ਤਾਂ ਕੈਨੇਡਾ ਹੀ ਘਰ ਕਰ ਗਿਆ। ਬਾਈ ਰੂਪ ਸਿਓ, ਤੇਰੀ ਮਿਹਰ ਨਾਲ ਮੇਰੇ ਵੱਡੇ ਮੁੰਡੇ ਦਾ ਵਿਆਹ ਤਾਂ ਧੂਮਧਾਮ ਨਾਲ ਹੋ ਗਿਆ ਸੀ। ਹੁਣ ਉਹ ਕੈਨੇਡਾ ਚੰਗਾ ਸੈਟਲ ਹੈ, ਵਾਹ ਪੈਸੇ ਵੀ ਕਮਾਉਂਦਾ। ਵੱਡਾ ਕਾਕਾ ਨਾਲ ਆਇਆ ਧਰਮ ਸਿੰਘ? ਉਹ ਨਹੀਂ, ਹੋ ਜੇ ਉਹ ਨਾਲ ਆ ਜਾਂਦਾ ਤਾਂ ਕੰਮਕਾਰ ਕੌਣ ਸੰਭਾਲਦਾ? ਬਸ ਹੁਣ ਤਾਂ ਇੱਕੋ ਇੱਛਾ ਰਹਿ ਗਈ ਰੂਪ ਸਿਓ ਵੀ ਛੋਟੇ ਕਾਕੇ ਦਾ ਰਿਸ਼ਤਾ ਵੀ ਇੱਥੇ ਹੀ ਪੱਕਾ ਕਰ ਦਈਏ। ਧਰਮ ਸਿਆ,
ਮੈਂ ਵੀ ਤੇਰੇ ਕੋਲ ਇਸੇ ਕੰਮ ਲਈ ਆਇਆ। ਸੁੱਖ ਨਾਲ ਤੇਰਾ ਕਾਕਾ ਵੀ ਹੁਣ ਜਵਾਨ ਹੋ ਗਿਆ। ਜੇ ਉਹਦਾ ਮੰਗਣਾ ਕਰਨਾ ਚਾਹੁੰਨਾ ਤਾਂ ਮੇਰੇ ਹੱਥ ਵਿੱਚ ਇੱਕ ਰਿਸ਼ਤਾ, ਬਹੁਤ ਪੜ੍ਹੀ ਲਿਖੀ ਕੁੜੀ, ਲੰਮੀ ਲੰਜੀ, ਜੇ ਦੇਖੇਗਾ ਤਾਂ ਦੇਖਦਾ ਹੀ ਰਹਿ ਜਾਏਗਾ। ਬਾਈ ਕੁੜੀ ਤਾਂ ਠੀਕ ਆ, ਆਪਾਂ ਦੇਖ ਲਾਂਗੇ। ਉਹਨਾਂ ਕੋਲ ਕੁਝ ਦੇਣ ਲੈਣ ਲਈ ਵੀ ਹੈ ਕਿ ਨਹੀਂ? ਪਹਿਲਾਂ ਇੱਕ ਵਾਰੀ ਕੁੜੀ ਤਾਂ ਦੇਖ ਕੇ ਪਸੰਦ ਕਰ ਲੋ, ਜਿਵੇਂ ਕਹੇਗਾ ਉਵੇਂ ਕਰਵਾ ਦੂੰਗਾ। ਕੁੜੀ ਤਾਂ ਠੀਕ ਹੈ, ਆਪਾਂ ਐਤਵਾਰ ਨੂੰ ਦੇਖ ਲੈਂਦੇ ਆ। ਬਾਈ ਕੁੜੀ ਇਹਦੇ ਨਾਲ ਗੱਲ ਕਰਕੇ ਮੀਟਿੰਗ ਫਿਕਸ ਕਰਕੇ ਸਾਨੂੰ ਦੱਸ ਦੀ। ਜੇ ਕੁੜੀ ਪਸੰਦ ਆਈ ਅਸੀਂ ਚੁੰਨੀ ਚੜਾ ਕੇ ਨਾਲ ਦੇ ਨਾਲ ਲੈ ਜਾਾਂਗੇ। ਕੁੜੀ ਵਾਲਾ ਤਾਂ ਧਰਮ ਸਿਆ, ਮੈਨੂੰ ਹੀ ਸਮਝ। ਠੀਕ ਹੈ ਰੂਪ ਸਿੰਘ, ਪਰ ਇੱਕ ਗੱਲ ਦਾ ਖਿਆਲ ਰੱਖੀ, ਜਿਹੜੀ ਡਿਮਾਂਡ ਕਰਾਂਗੇ ਪੂਰੀ ਹੋਣੀ ਚਾਹੀਦੀ ਹੈ। ਬਸ ਠੀਕ ਆ, ਮੈਂ ਅੱਜ ਹੀ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਕੱਲ ਨੂੰ ਫੋਨ ਕਰਦਾ ਵੀ ਮਿਲਣਾ ਕਿੱਥੇ ਆ। ਠੀਕ ਹੈ, ਫਿਰ ਗੱਲ ਪੱਕੀ ਰਹੀ। ਬਾਪੂ ਆਇਆ ਨਹੀਂ ਹਲੇ ਤੱਕ? ਕਿੱਥੇ ਆਇਆ? ਆਖਦਾ ਸੀ ਵਿਚੋਲੇ ਨਾਲ ਗੱਲ ਕਰਨ ਚੱਲਿਆ, ਹਾਲੇ ਤੱਕ ਨਹੀਂ ਮੁੜਿਆ। ਆ ਲੈ, ਆ ਗਿਆ ਤੇਰਾ ਬਾਪੂ ਵੀ। ਹਾਂ ਬਾਪੂ, ਫਿਰ ਕੀ ਬਣਿਆ? ਕੀ ਕਹਿੰਦਾ ਵਿਚੋਲਾ? ਰੱਬ ਨੂੰ ਪਾਉਣਾ ਸੌਖਾ ਹੈ ਪੁੱਤ, ਪਰ ਗਰੀਬ ਦੀ ਧੀ ਵਾਸਤੇ ਵਰ ਲੱਭਣਾ ਬਹੁਤ ਔਖਾ ਅੱਜ ਕੱਲ। ਏਦਾਂ ਮੂੰਹ ਪਾੜਦੇ ਆ ਸਾਲੇ ਲੋਕ ਕਿ ਬਘਿਆੜ ਵੀ ਕੀ ਪਾੜਦਾ ਹੋ। ਨਾ ਫਿਰ ਵੀ ਦੱਸੋ ਤਾਂ ਸਹੀ, ਆਖੇ ਕੀ ਮੰਗ ਹੈ, ਸਾਨੂੰ ਵੀ ਤਾਂ ਪਤਾ ਲੱਗੇ। ਤਾਂ ਸੁਣ ਲਓ ਮਨ ਕਰੜਾ ਕਰਕੇ। ਵਿਚੋਲਾ ਕਹਿੰਦਾ ਦਾਜ ਦਹੇਜ ਦੀ ਕੋਈ ਲੋੜ ਨਹੀਂ, ਕੁੜੀ ਭਾਵੇਂ 2 ਕੱਪੜਿਆਂ 'ਚ ਤੋਰ ਦੋ, ਉੱਕਾ ਪੁੱਕਾ 12 ਲੱਖ ਰੁਪਇਆ ਦੇ ਦੋ। 12 ਲੱਖ ਰੁਪਈਆ? ਕਮਾਲ ਆ ਬਾਪੂ, ਬਈ ਹੁਣ ਤਾਂ ਰਿਸ਼ਤਿਆਂ ਦੀ ਵੀ ਬਲੈਕ ਹੋਣ ਲੱਗ ਗਈ ਆ। ਪੁੱਤਰਾ, ਹੁਣ ਤਾਂ ਰਿਸ਼ਤਿਆਂ ਦੀਆਂ ਸੌਦੇਬਾਜ਼ੀਆਂ ਹੋਣ ਲੱਗ ਪਈਆਂ ਨੇ। ਮੁੰਡੇ ਬਾਰੇ ਪਤਾ ਕੁਝ? ਕੀ ਕਰਦਾ? ਹੋਈ ਸੀ ਵਿਚੋਲੇ ਨਾਲ ਗੱਲ, ਕਹਿੰਦਾ ਉਧਰ ਹੋਟਲ ਆ ਉਸਦਾ, ਪਰ ਕੀ ਪਤਾ ਕਿਸੇ ਹੋਟਲ ਦੇ ਭਾਂਡੇ ਹੀ ਮਾਂਜਦਾ ਹੋਵੇ। ਪਤਾ ਲੱਗਦਾ ਉਧਰ ਲੈਂਦਾ ਕੁਛ, ਪਰ ਕੈਨੇਡਾ ਦਾ ਮੁੰਡਾ ਹੈ, ਭਾਵੇਂ ਭਾਂਡੇ ਹੀ ਮਾਂਜਦਾ ਹੋਵੇ। ਸਾਡੇ ਨਾਲੋਂ ਤਾਂ ਚੰਗਾ ਹੀ ਹੋਊ। ਇੱਥੇ ਤਾਂ ਵਾਹ ਕੇ 4-4 ਕਿੱਲੇ, ਤਾਂ ਵੀ ਰੋਟੀ ਨਹੀਂ ਜੁੜਦੀ ਚੱਜ ਨਾਲ। ਪਰ ਆਪਾਂ ਇਹ ਫਾਹਾ ਲੈਣਾ ਹੀ ਕਿਉਂ ਹੈ? ਸਾਡੀ ਕਿਹੜਾ ਧੀ ਨੂੰ ਹੋਰ ਕੋਈ ਰਿਸ਼ਤਾ ਨਹੀਂ ਥਿਆਉਣਾ? ਆਖਰ ਕੋਈ ਬਾਜ ਹੈ ਸਾਡੀ ਧੀ 'ਚ, ਪੜ੍ਹੀ ਲਿਖੀ ਹੈ, ਰੱਬ ਨੇ ਸ਼ਕਲ ਸੂਰਤ ਵੀ ਬਾਵਾ ਦਿੱਤੀ ਹੈ। ਆਹੋ, ਤੇ ਨਾਲ ਇੱਕ ਗਰੀਬ ਪਿਓ ਵੀ ਦਿੱਤਾ ਉਸੇ ਰੱਬ ਨੇ। ਤੁਸੀਂ ਸਿੱਧੀ ਮੁੰਡੇ ਵਾਲਿਆਂ ਨਾਲ ਗੱਲ ਕਰਕੇ ਵੇਖ ਲਓ, ਕਿਤੇ ਵਿਚੋਲਾ ਆਪ ਖਾਣ ਦੇ ਮਾਰੇ ਤਾਂ ਨਹੀਂ ਕਹਿ ਰਿਹਾ। ਮੈਨੂੰ ਤਾਂ ਜੈ ਖਾਣਾ ਚਾਲਵਾਜ ਜਿਹਾ ਲੱਗਦਾ। ਗੱਲ ਤਾਂ ਤੇਰੀ ਠੀਕ ਹੈ, ਪਰ ਜੇ ਮੁੰਡੇ ਵਾਲਿਆਂ ਨਾਲ ਗੱਲ ਕਰਾਂਗੇ ਐਵੇਂ ਨਾ ਕੋਈ 19-21 ਹੋ ਜੇ। ਅੱਗੋਂ ਮੁੰਡੇ ਵਾਲੇ ਵੀ ਤਾਂ ਵਿਚੋਲੇ ਦੇ ਹੱਥ ਵਿੱਚ ਹੀ ਨੇ, ਕਿਤੇ ਚੰਗਾ ਭਲਾ ਰਿਸ਼ਤਾ ਹੱਥੋਂ ਨਿਕਲ ਜੇ। ਨਿਕਲਦਾ ਤਾਂ ਨਿਕਲ ਜਾਵੇ, ਅਸੀਂ ਗੱਲਾਂ ਨਹੀਂ ਕਰਾਉਣੀਆਂ ਲੋਕਾਂ ਤੋਂ। ਨਾ ਤੇਰੇ ਕੋਲ ਹੈ ਹੀ ਕੀ ਕਿ ਲੋਕ ਤੇਰੀਆਂ ਗੱਲਾਂ ਕਰਨਗੇ? ਜਾ ਲੈਣ ਦੇ ਇੱਕ ਵਾਰੀ ਕੁੜੀ ਨੂੰ ਬਾਹਰ, ਮਗਰੇ ਕੈਲਾ ਨਿਕਲ ਜੂ, ਫੇਰ ਗੱਲਾਂ ਕਰਨਗੇ ਲੋਕ ਤੇਰੀਆਂ। ਜਦੋਂ ਇਸ ਕੋਠੜੇ ਦੀ ਥਾਂ ਤੇ ਪੱਕੀ ਹਵੇਲੀ ਹੋਈ ਤੇ ਹਵੇਲੀ ਤੇ ਬਣੀ ਹੋਈ ਜਹਾਜ਼ ਵਾਲੀ ਟੈਂਕੀ, ਫੇਰ ਗੱਲਾਂ ਕਰਨਗੇ ਲੋਕ ਤੇਰੀਆਂ। ਹਾਂ ਬਾਪੂ ਜੀ, ਚਾਹੇ ਜੋ ਮਰਜ਼ੀ ਹੋ ਜਾਏ, ਆਪਾਂ ਇਹ ਰਿਸ਼ਤਾ ਹੱਥੋਂ ਨਹੀਂ ਜਾਣ ਦੇਣਾ। ਉਹ ਜੇ ਅਸੀਂ 2 ਭਰਾ ਹੁੰਦੇ ਫੇਰ ਵੀ ਮੈਨੂੰ 2 ਕਿੱਲੇ ਜ਼ਮੀਨ ਆਉਣੀ ਸੀ ਨਾ। ਜ਼ਮੀਨ ਭਾਵੇਂ ਮੇਰੀ ਸਾਰੀ ਵਿਕ ਜੇ, ਪਰ ਇਹ ਵਿਆਹ ਮੈਂ ਕਰਵਾ ਕੇ ਰਹੂੰਗਾ। ਪਰ ਪੁੱਤਰਾ, ਕਰਾਂਗੇ ਕਿਵੇਂ? ਦੇਖੋ ਬਾਪੂ ਜੀ, 8 ਲੱਖ ਨੂੰ ਕੀ ਲਾਇਆ ਆਪਣੇ, ਉਹ 16 ਲੱਖ 'ਚ 2 ਕਿੱਲੇ ਵਿਕ ਜਾਣੇ ਆ। 12 ਲੱਖ ਮੁੰਡਿਆਂ ਨੂੰ ਦੇ ਕੇ 4 ਲੱਖ ਬੈਂਕ 'ਚ ਮਾਰਾਂਗੇ। ਉਹ ਚੰਗਾ ਭਾਈ, ਜਿਵੇਂ ਤੁਹਾਡੀ ਮਰਜ਼ੀ। ਉਹ ਮਰਜ਼ੀ ਦੀ ਗੱਲ ਨਹੀਂ ਮਾਂ, ਤੂੰ ਆਪ ਸੋਚ। ਉਹ ਜੇ ਇੱਕ ਬੰਦੇ ਨੇ ਜਾਣਾ ਹੋਏ 20 ਲੱਖ ਰੁਪਏ ਲੱਗ ਜਾਂਦਾ, ਇੱਥੇ ਆਪਣੀ ਸੁੱਖੀ ਚਲੇਗੀ, ਆਪਾਂ ਸਾਰਾ ਟੱਬਰ ਪਿੱਛੇ ਚਲੇ ਜਾਾਂਗੇ। ਉਹ ਫਿਰ ਜ਼ਮੀਨ ਆਪਾਂ ਚੱਟਣੀ ਆ। ਤਾਂ ਫਿਰ ਕਰਦਾ ਵਿਚੋਲੇ ਨੂੰ। ਹਾਂ ਹਾਂ ਬਾਪੂ ਜੀ। ਚੱਲ ਠੀਕ ਹੈ, ਆਪਾਂ ਚੱਲਦੇ ਆਂ ਆੜਤੀਏ ਕੋਲੇ, ਕਰਦੇ ਆਂ ਕੋਈ ਪੈਸਿਆਂ ਦਾ ਜੁਗਾੜ। ਚੱਲ।
ਬੱਲੇ 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 ਬਈ ਬੜੇ ਪਾਣੀ ਲਾਏ ਜਾ ਰਹੇ। ਆਹੋ ਭਾਈ ਕੈਨੇਡਾ ਵਾਲਿਆਂ ਨੂੰ ਜਾਣਾ ਹੋਇਆ। ਨਾ ਤੂੰ ਕਾ ਸੜਦਾ ਫਿਰ ਵੈਸੇ ਇੱਕ ਗੱਲ ਆ ਭੈਣੇ, ਵਿਚੋਲਾ ਦੱਸਦਾ ਸੀ ਕਿ ਜਿਹੜੇ ਕੈਨੇਡਾ ਵਾਲੇ ਮੁੰਡੇ ਹੁੰਦੇ ਨੇ ਨਾ, ਇਹ ਅੱਖ ਤੋਂ ਨਾ ਮਾੜ ਜੇ ਮਤਲਬ ਆ ਬੇਬੇ ਦੇਖ ਲਾ ਵੀਰਾ ਛੇੜੀ ਜਾਂਦਾ ਮੈਨੂੰ। ਵੇ ਹਟ ਜਾ ਮੁੰਡਿਆ, ਕਿਉਂ ਤੰਗ ਕਰੀ ਜਾਂਦਾ ਮੇਰੀ ਧੀ ਰਾਣੀ ਨੂੰ? ਉਹ ਮਾਂ, ਉਹ ਮੈਂ ਤਾਂ ਮਖੌਲ ਕਰਦਾ ਸੀ, ਐਵੇਂ ਖਿਜੀ ਜਾਂਦੀ ਆ। ਹਾਂ ਮਖੌਲ ਕਰਦਾ, ਸਭ ਜਾਣਦੀਆਂ ਤੈਨੂੰ। ਮਿੱਡਾ ਜਿਹਾ ਨਾ ਹੋਵੇ ਤਾਂ ਐਵੇਂ ਮੈਨੂੰ ਖਿਜਾਈ ਜਾਂਦਾ। ਬਾਪੂ ਨੂੰ ਦੱਸਦੀ ਆ ਲੈਣ ਦੇ ਜਰਾ ਬਾਪੂ ਨੂੰ, ਫਿਰ ਲੋਕੋ ਤੈਨੂੰ ਪਤਾ ਜਰੂਰ। ਕੀ ਗੱਲ ਹੋ ਗਈ ਮੇਰੀ ਰਾਣੀ ਧੀ ਨੂੰ? ਬਾਪੂ ਦੇਖ ਲੈ ਨਾ, ਕਹਿਲਾ ਵੀਰਾ ਮੈਨੂੰ ਬਹੁਤ ਚੜਾਉਂਦਾ ਆ। ਓਏ ਕੀ ਗੱਲ ਹੋਈ ਆ? ਕਿਉਂ ਛੇੜਦਾ ਕੁੜੀ ਨੂੰ? ਖੜ ਜਾ, ਮੈਂ ਦੱਸਦਾ ਤੈਨੂੰ। ਹਾਂ ਕੀ ਕਿਹਾ? ਐਵੇਂ ਨਾ ਛੇੜੀ ਜਾਇਆ ਕਰ ਕੁੜੀ ਨੂੰ। ਉਹ ਕੀ ਗੱਲ ਓਏ, ਆ ਕੁੜੀ ਨੂੰ ਤੰਗ ਕਰੀ ਜੰਨਾ? ਬਾਪੂ ਮੈਨੂੰ ਕਹਿੰਦਾ ਨਾ ਤੇਰਾ ਪ੍ਰਾਹੁਣਾ ਨਾ ਅੱਖੋਂ। ਓਏ ਖਬਰਦਾਰ ਜੇ ਕਿ ਤੂੰ ਕੁੜੀ ਨੂੰ ਇਹੋ ਜੀ ਗੱਲ ਕਹੀ ਤਾਂ ਇਹ ਤਾਂ ਮੇਰਾ ਬੀਬਾ ਪੁੱਤ ਕੈਨੇਡਾ ਜਾ ਕੇ ਰਾਜ ਕਰੂਗਾ। ਕਿਉਂ ਪੁੱਤ? ਹਾਂ ਕਰੂਗੀ ਕਿਉਂ ਨਹੀਂ, ਸਵਰਗਾਂ 'ਚ ਜੋ ਚੱਲੀ ਐ। ਇਹ ਤਾਂ ਇਹਦੇ ਕਰਮ ਹੀ ਚੰਗੇ ਨੇ ਜਿਹੜਾ ਇੰਨਾ ਵਧੀਆ ਰਿਸ਼ਤਾ ਇੱਥੇ ਆ ਗਿਆ। ਉਹ ਬੇਬੇ ਇਹ ਤਾਂ ਬਈ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਚੁੱਪ ਕਰ ਜੈ ਖਾਣਾ। ਉਹ ਬਾਪੂ ਜੀ, ਉਹ ਮੈਂ ਤਾਂ ਮਖੌਲ ਕਰਦਾ ਸੀ ਹੈ। ਉਹ ਮੇਰੀ ਭੈਣ ਤਾਂ ਡਾਲਰਾਂ ਨਾਲ ਖੇਡੂ, ਡਾਲਰਾਂ ਨਾਲ। ਰਾਜ ਕਰੂਗੀ ਮੇਰੀ ਧੀ ਰਾਣੀ, ਰਾਜ। ਮੇਰਾ ਸੱਚਾ ਪਾਤਸ਼ਾਹ ਮੇਰੀ ਪਰੀਆਂ ਵਰਗੀ ਧੀ ਨੂੰ ਸਦਾ ਸੁਖੀ ਰੱਖੀ। ਲੋ ਜੀ ਲਾੜਾ ਸਾਹਿਬ, ਇਸੇ ਖੁਸ਼ੀ 'ਚ ਚਾਹ ਚੱਕੋ ਫਿਰ। ਨੋ ਥੈਂਕਸ, ਮੈਂ ਚਾਹ ਨਹੀਂ ਪੀਂਦਾ। ਉਹ ਭਾਈ ਪੰਜਾਬ ਦੇ ਮਾਲਵੇ ਦੀ ਚਾਹ, ਆਪਣੀ ਮਸ਼ੀਨਰੀ ਤਾਂ ਚਾਹ ਨਾਲ ਹੀ ਚੱਲਦੀ ਐ। ਨੋ ਥੈਂਕ ਯੂ। ਮਰਜ਼ੀ ਆ ਬਈ ਤੇਰੀ। ਹਾਂਜੀ ਸਰਦਾਰ ਬਲਵੀਰ ਸਿੰਘ ਜੀ, ਇਹ ਨੇ ਸਰਦਾਰ ਧਰਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਜੀ, ਆ ਮੇਰਾ ਛੋਟਾ ਬੇਟਾ ਕੁਲਦੀਪ ਤੇ ਆ ਮੇਰੀ ਨੂੰਹ ਦਲਜੀਤ ਕੌਰ। ਤੇ ਧਰਮ ਸਿੰਘ ਜੀ, ਇਹ ਮੇਰਾ ਪਰਿਵਾਰ, ਇਹ ਮੇਰਾ ਪੁੱਤਰ ਕੈਲਾ, ਇਹ ਮੇਰੀ ਧਰਮ ਪਤਨੀ ਤੇ ਮੇਰੀ ਬੇਟੀ ਸੁਖੀ, ਤੇ ਇਹ ਹੈ ਸਾਡਾ ਗੱਟੂ ਮਖੌਲੀ। ਹਾਂਜੀ ਸਰਦਾਰ ਧਰਮ ਸਿੰਘ ਜੀ, ਆ ਬੈਠੀ ਹੈ ਕੁੜੀ, ਦੇਖ ਲਓ, ਪਸੰਦ ਕਰ ਲਓ, ਆਪੋ ਆਪਣੀ ਸਾਹਮਣੇ ਗੱਲ ਕਰ ਲਓ। ਬਈ ਸੱਚੀ ਰੂਪ ਸਿਓ ਕੁੜੀ ਤਾਂ ਵਾਵਾ ਸੋਹਣੀ ਹੈ, ਸੱਚੀ ਮੂਰਤ ਹੈ। ਬਾਕੀ ਆਪਾਂ ਕਿਹੜੀ ਨਾਲ ਸਲਾਹ ਕਰ ਲੈਨੇ ਆ। ਹਾਂ ਬਈ ਕਿਹੜੀ ਪਸੰਦ ਆ ਕੁੜੀ? ਇਟਸ ਓਕੇ ਵਿਦ ਮੀ ਡੈਡ। ਇਹ ਦੂਜਾ ਕੀ ਹੈ? ਇਹ ਤਾਂ ਮੇਰੇ ਪੈਰ ਵਰਗਾ ਵੀ ਨਹੀਂ। ਹੁਣੇ ਕਹਿ ਦਿੰਨੀ ਆ ਮੈਨੂੰ ਨਹੀਂ ਪਸੰਦ। ਨਹੀਂ ਨਹੀਂ, ਜੇ ਮੈਂ ਨਾ ਕਰਤੀ ਕਿਤੇ ਬਾਪੂ ਨੂੰ ਵੀ ਤਾਏ ਵਾਂਗ ਜਿੱਦਾਂ ਕਰਦੇ ਨੇ ਕਰ ਲੈਣ ਦੇ। ਕਿਉਂ ਧੀਏ, ਪਸੰਦ ਹੈ ਮੁੰਡਾ? ਹਾਂ ਮਾਂ, ਪਸੰਦ ਹੈ। ਹਾਂ ਦਲਜੀਤ ਪੁੱਤ, ਤੂੰ ਦੱਸ। ਮੈਂ ਤਾਂ ਇਹਨੂੰ ਆਪਣੀ ਝੋਲੀ ਪਾ ਕੇ ਲੈ ਕੇ ਜਾਨੀ ਆ ਤੇ ਆਪਣੀ ਭੈਣ ਬਣਾ ਕੇ ਰੱਖੂੰਗੀ। ਲਓ ਜੀ ਬਲਵੀਰ ਸਿੰਘ ਜੀ, ਫਿਰ ਗੱਲ ਪੱਕੀ ਰਹੀ। ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਉਹ ਤੁਹਾਨੂੰ ਵੀ ਵਧਾਈਆਂ ਜੀ। ਤੁਹਾਨੂੰ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਧਰਮ ਸਿੰਘ ਜੀ। ਤੁਹਾਨੂੰ ਵੀ ਵਧਾਈਆਂ। ਲੋ ਜੀ, ਕੁੜੀ ਨੂੰ ਮੁੰਡਾ ਪਸੰਦ ਹੈ ਤੇ ਮੁੰਡੇ ਨੂੰ ਕੁੜੀ ਪਸੰਦ ਹੈ। ਆਪਾਂ ਕਾਹਨੂੰ ਵਿੱਚ ਖਿਚੜੀ ਬਣਨਾ। ਠੀਕ ਹੈ ਜੀ, ਫਿਰ ਲੈ ਵੀ ਅਮਰਜੀਤ ਕੁਰੇ, ਕੁੜੀ ਨੂੰ ਕਰ ਤਿਆਰ। ਕਾਕੇ ਤੁਸੀਂ ਫੇਰ ਵੀ ਜੇ ਗੱਲਬਾਤ ਕਰਨੀ ਹੈ ਤਾਂ ਬਾਹਰ ਜਾ ਕੇ ਗੱਲ ਕਰ ਲਓ। ਗੱਲਬਾਤ ਕੀ ਕਰਨੀ ਹੈ? ਚੰਨ ਵਰਗੀ ਤਾਂ ਮੇਰੀ ਦਰਾਣੀ ਹੈ। ਲਓ ਜੀ, ਫਿਰ ਤੁਸੀਂ ਕੁੜੀ ਨੂੰ ਤਿਆਰ ਕਰੋ, ਚੁੰਨੀ ਚੜਾਵਾ ਕਰੋ ਤੇ ਤੋਰੋ ਕੁੜੀ ਨੂੰ। ਲੈ ਬਈ ਕੁੜੀ ਨੂੰ ਕਰ ਤਿਆਰ, ਆਪਾਂ ਤੋਰਦੇ ਹਾਂ ਕੁੜੀ ਨੂੰ। ਚੰਗਾ ਜੀ, ਚੱਲ ਪੁੱਤ ਕਰਨੈਲ, ਆਪਾਂ ਤਿਆਰੀ ਕਰੀਏ। ਹਾਂ ਬੇਟਾ ਕਿਹੜੀ, ਦਲਜੀਤ ਤੁਸੀਂ ਤਿਆਰੀ ਕਰੋ ਹੈ ਗੁਰਦੁਆਰੇ ਜਾਣ ਦੀ। ਓਕੇ ਡੈਡ। ਤੇ ਆਪਾਂ ਲੈਣ ਦੇਣ ਦੀ ਗੱਲ ਕਰ ਹਾਂਜੀ ਲੈਂਦੇ ਹਾਂ। ਹਾਂਜੀ ਹਾਂਜੀ। ਜਿੱਦਾਂ ਤੁਸੀਂ ਕਹੋ। ਠੀਕ ਹੈ ਜੀ। ਆ ਜਾ ਮਖੌਲੀ ਚਾਚਾ। ਚੱਲ ਬਈ ਚੱਲ ਕਾਕਾ। ਲਓ ਜੀ ਸਰਦਾਰ ਸਾਹਿਬ, ਹੁਣ ਆਪਾਂ ਆਪਸ ਦੇ ਵਿੱਚ ਗੱਲਬਾਤ ਕਰ ਲਈਏ। ਪਰਮਾਤਮਾ ਦੀ ਕਿਰਪਾ ਨਾਲ ਇਹ ਰਿਸ਼ਤਾ ਪੂਰ ਚੜ ਗਿਆ। ਇਹ ਆ ਲਓ ਜੀ ਤੁਹਾਡੀ ਮਾਨਤ 12 ਲੱਖ ਰੁਪਇਆ, ਤੇ ਇਹਦੇ ਵਿੱਚ 50,000 ਰੁਪਇਆ ਹੋਰ ਹੈ। ਰੂਪ ਸਿਓ ਤੇਰਾ ਮਾਣ ਤਾਣ। ਵਾਹ ਬਈ ਰੂਪ ਸਿਓ, ਕਮਾਲ ਕਰਤੀ। ਬਈ ਸਵਾਦ ਆ ਗਿਆ ਵਿਚੋਲਾ ਬਣਨ ਦਾ। ਅੱਗੇ ਤਾਂ ਲੋਕ 1000 ਰੁਪਏ ਦੀ ਛਾਪ ਪਾ ਕੇ ਹੀ ਸਾਰ ਦਿੰਦੇ ਸੀ। ਚਲੋ ਆਪਾਂ ਗੁਰਦੁਆਰਾ ਸਾਹਿਬ ਚੱਲੀਏ। ਹੈਲੋ, ਕੌਣ? ਹੈਲੋ
ਬਾਪੂ ਮੈਂ ਸੁੱਖੀ ਸੁੱਖੀ ਉਹ ਸੁੱਖੀ, ਉਹ ਕੀ ਹਾਲ ਨੇ ਪੁੱਤ? ਠੀਕ ਠਾਕ ਪਹੁੰਚ ਗਈ? ਠੀਕ ਆ ਬਾਪੂ ਜੀ, ਤੁਸੀਂ ਸੁਣਾਓ ਠੀਕ ਹੋ? ਹੋਰ ਆਪਣੇ ਮੰਮਾ ਦੇ ਕੈਲਾਵੀਰ ਕਿਵੇਂ ਨੇ? ਹਾਂ, ਇੱਥੇ ਹੀ ਹੈ। ਲੈ ਮੈਂ ਕਰਾਉਣਾ ਤੇਰੀ ਗੱਲ। ਆ ਕੈਲੇ ਦੀ ਮਾਂ, ਆ ਗੱਲ ਕਰ ਸੁੱਖੀ ਨਾਲ। ਬੇਬੇ ਆਲੇ ਕਰ ਗੱਲ। ਹੈਲੋ। ਹਾਂ ਪੁੱਤ ਸੁੱਖੀ, ਠੀਕ ਠਾਕ ਆ ਪੁੱਤ? ਮੰਮਾ ਮੈਂ ਠੀਕ ਆ, ਤੁਸੀਂ ਸੁਣਾਓ ਠੀਕ ਹੋ? ਠੀਕ ਆ ਪੁੱਤ, ਤੂੰ ਸੁਣਾ ਕਿਵੇਂ ਐ? ਪਰੋਣਾ ਕਿਵੇਂ ਐ? ਜੀ ਲੱਗ ਗਿਆ ਪੁੱਤ? ਨਾ ਮੇਰੀ ਧੀ ਰਾਣੀ, ਸਾਡਾ ਤਾਂ ਜੀ ਨਹੀਂ ਲੱਗਿਆ ਹੈ। ਤੁਸੀਂ ਖਿਆਲ ਰੱਖਿਓ ਆਪਣਾ। ਕੈਲੇ ਨਾਲ ਗੱਲ ਕਰਾਇਓ ਨਾਲੇ ਮੇਰੀ। ਕੈਲੇ ਨਾਲ ਗੱਲ ਕਰਾਵਾਂ? ਲੈ ਕਰ ਲਈ ਵੀਰੇ ਨਾਲ ਗੱਲ। ਵੀਰੇ ਕੋਲੋਂ ਹੀ ਗਈ ਐ, ਮੇਰੇ ਨਾਲ ਤਾਂ ਗੱਲ ਕਰ ਲੈ। ਅੱਛਾ ਅੱਛਾ ਅੱਛਾ, ਚਲੋ ਚਲੋ ਠੀਕ, ਮੈਂ ਕਰਾਉਣੀ ਆ ਪੁੱਤ, ਕਰਾਉਣੀ ਆ। ਲੈ ਹਲੋ ਹਾਂ ਸੁਖੀ, ਸਤਿ ਸ੍ਰੀ ਅਕਾਲ। ਕਿਵੇਂ ਆ? ਵੀਰੇ ਮੈਂ ਬਿਲਕੁਲ ਠੀਕ ਆ। ਕਿਵੇਂ ਲੱਗਿਆ ਫਿਰ ਕੈਨੇਡਾ? ਹਾਏ ਮੁਲਕ ਤਾਂ ਵੀਰੇ ਬੜਾ ਹੀ ਸੋਹਣਾ ਆ, ਸਾਫ਼ ਸੁੰਦਰ, ਇੱਕ ਪੱਤਾ ਵੀ ਨਹੀਂ ਗਿਰਿਆ ਹੋਇਆ ਕਿਤੇ। ਸੱਚੀ? ਉਹ ਮੈਨੂੰ ਤਾਂ ਲੱਗਦਾ ਸੀ ਫਿਲਮਾਂ 'ਚ ਸੋਹਣਾ ਲੱਗਦਾ। ਸੱਚੀ ਸੋਹਣਾ? ਅੱਛਾ ਅੱਛਾ ਚੰਗਾ ਵੀਰੇ, ਕੋਈ ਆ ਗਿਆ, ਮੈਂ ਬਾਅਦ ਚ ਗੱਲ ਕਰਦੀ ਆ। ਓਕੇ ਬਾਏ। ਚੱਲ ਠੀਕ ਆ, ਕੋਈ ਗੱਲ ਨਹੀਂ। ਚੰਗਾ ਚੰਗਾ, ਓਕੇ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ। ਕੀ ਕਹਿੰਦੀ ਸੀ? ਕੋਈ ਆ ਗਿਆ ਸੀ, ਕਹਿੰਦੀ ਬਾਅਦ 'ਚ ਫੋਨ ਕਰੂੰਗੀ। ਬਾਲਾ ਹੀ ਖੁਸ਼ ਲੱਗਦੀ ਐ। ਖੁਸ਼ ਤਾਂ ਆਪੇ ਹੀ ਹੋਣਾ ਬਈ, ਗੋਰਿਆਂ ਦੇ ਦੇਸ਼ ਗਈ ਆ। ਤਾਂ ਕਹਿ ਦਿੰਦਾ ਆਪਣੀ ਭੈਣ ਨੂੰ, ਇੱਕ ਗੋਰੀ ਤੇਰੇ ਲਈ ਵੀ ਲੱਭ ਲਿਆਉਂਦੀ। ਕਹਿੰਨੂੰ ਤਾਂ ਵੈਸੇ ਮੈਂ ਇਹ ਵੀ ਕਹਿੰਦਾ ਵੀ ਬੇਬੇ ਵਾਸਤੇ ਵੀ ਗੋਰਾ ਲੱਭ ਲੈ ਕੋਈ। ਖੜ ਜੈ ਖਾਣਾ ਹੈ ਆਖੇ ਇੰਨਾ ਜਲਾਹਾ, ਮਾਂ ਨਾ ਮਸਖਰੀਆਂ। ਚੰਗਾ ਭਾਈ, ਮਹਾਰਾਜ ਰਾਜੀ ਰੱਖੇ। ਧੀਆਂ ਤਾਂ ਆਪਣੇ ਘਰ ਹੀ ਹੱਸਦੀਆਂ ਵਸਦੀਆਂ ਚੰਗੀਆਂ ਲੱਗਦੀਆਂ ਨੇ। ਆ ਗਏ ਭਾਈ, ਆ ਗਏ। ਕੌਣ ਹੈ? ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ ਪੁੱਤ, ਆ ਜਾ ਲੰਘਿਆ। ਆਂਟੀ ਸੁੱਖੀ ਕਿੱਥੇ ਹੈ? ਸੁੱਖੀ ਪੁੱਤ, ਉਹਦਾ ਤਾਂ ਵਿਆਹ ਹੋ ਗਿਆ। ਕੀ ਮਜ਼ਾਕ ਕਰਦੇ ਪਿਓ ਆਂਟੀ? ਨਾ ਨਾ ਪੁੱਤ, ਮੈਂ ਮਜ਼ਾਕ ਕਿਉਂ ਕਰਨਾ ਭਲਾ? ਕਮਾਲ ਹੈ ਆਂਟੀ, ਉਹਨੇ ਵਿਆਹ ਵੀ ਕਰਵਾ ਲਿਆ ਤੇ ਮੈਨੂੰ ਦੱਸਿਆ ਵੀ ਨਹੀਂ ਤੁਸੀਂ। ਕੀ ਗੱਲ, ਉਹਦੀ ਕੋਈ ਨਾਰਾਜ਼ਗੀ ਸੀ ਮੇਰੇ ਨਾਲ? ਨਹੀਂ ਨਹੀਂ ਪੁੱਤ, ਨਾਰਾਜ਼ਗੀ ਕਾਦੀ? ਅਸੀਂ ਤਾਂ ਆਪਣੇ ਕਿਸੇ ਸਕੇ ਸੰਬੰਧੀ ਜਾਂ ਰਿਸ਼ਤੇਦਾਰ ਨੂੰ ਵੀ ਨਹੀਂ ਸੱਦ ਸਕੇ। ਅਸਲ 'ਚ ਮੁੰਡੇ ਵਾਲੇ ਕੈਨੇਡਾ ਤੋਂ ਆਏ ਸੀ 2 ਹਫ਼ਤੇ ਲਈ। ਦੇਖਦੇ ਸਾਰ ਗੱਲ ਪੱਕੀ ਹੋ ਗਈ, ਚੁੰਨੀ ਚੜਾਵਾ ਕਰਕੇ ਲੈ ਗਏ। ਘੱਟੋ ਘੱਟ ਆਂਟੀ ਮੈਨੂੰ ਇੱਕ ਫੋਨ ਹੀ ਕਰ ਦਿੰਦੀ। ਚਲੋ ਮੈਨੂੰ ਉਹਦਾ ਨੰਬਰ ਦਿਓ, ਮੈਂ ਕਰਦੀ ਹਾਂ ਉਹਦੇ ਨਾਲ ਗੱਲ। ਨੰਬਰ ਤਾਂ ਹੈ ਨਹੀਂ ਪੁੱਤ ਮੇਰੇ ਕੋਲ। ਤੂੰ ਏਦਾਂ ਕਰ, ਸ਼ਾਮ ਨੂੰ ਕੈਲਾ ਆ ਜਾਊਗਾ, ਉਹ ਤੋਂ ਲੈ ਲਈ। ਠੀਕ ਹੈ ਆਂਟੀ, ਹੋਰ ਬਾਕੀ ਸਭ ਠੀਕ ਠਾਕ ਤਾਂ ਹੈ ਨਾ? ਠੀਕ ਹੀ ਹੈ ਪੁੱਤ। ਅੱਗੇ ਤਾਂ ਹਫ਼ਤੇ 2 ਹਫ਼ਤੇ ਬਾਅਦ ਫੋਨ ਕਰ ਲੈਂਦੀ ਸੀ, ਹੁਣ ਤਾਂ ਮਹੀਨਾ ਫੋਨ ਹੀ ਨਹੀਂ ਕਰਦੀ। ਜਾਪਦਾ ਬਾਵਾ ਹੀ ਕੰਮਕਾਰ 'ਚ ਰੁੱਝੀ ਆ ਮੇਰੀ ਧੀ ਧਿਆਣੀ, ਸ਼ਾਇਦ ਟਾਈਮ ਹੀ ਨਹੀਂ ਲੱਗਦਾ ਹੋਣਾ। ਚੰਗਾ ਆਂਟੀ, ਮੈਂ ਚੱਲਦੀ ਆਂ। ਜੇਕਰ ਸੁੱਖੀ ਦਾ ਫੋਨ ਆਇਆ ਤਾਂ ਉਸਨੂੰ ਕਹਿ ਦਿਓ ਕਿ ਜੋਤੀ ਉਹਦੇ ਤੋਂ ਬਹੁਤ ਨਾਰਾਜ਼ ਸੀ। ਚੰਗਾ ਆਂਟੀ, ਸਤਿ ਸ਼੍ਰੀ ਅਕਾਲ। ਚੰਗਾ ਪੁੱਤ, ਰਾਜੀ ਰਹਿ, ਗੇੜਾ ਮਾਰਦੀ ਰਿਹਾ ਕਰ ਹੈ। ਲੈ ਵੀ ਬਲਵੀਰ ਸਿਆਂ, ਮੇਰੀ ਧੀ ਕੰਮੋਂ 15 ਕਿੱਲਿਆਂ ਦੀ ਕੱਲੀ ਵਾਰਸ ਅੱਜ ਤੇਰੇ ਝੋਲੀ ਪਾ ਚੱਲਿਆ। ਖਿਆਲ ਰੱਖੀ ਉਹਦਾ। ਉਹ ਸਰਦਾਰਾ, ਕਿਸੇ ਗੱਲ ਦੀ ਫਿਕਰ ਨਾ ਕਰ। ਜਿਹੋ ਜੀ ਮੈਨੂੰ ਮੇਰੀ ਧੀ ਸੁੱਖੀ, ਉਹ ਜੀ ਕੰਮੋ, ਫੁੱਲਾਂ ਵਾਂਗ ਰੱਖੂ ਮੈਂ ਉਹਨੂੰ। ਸੱਚ ਇੱਕ ਗੱਲ ਹੋਰ, ਆਪਣੀ ਧੀ ਸੁੱਖੀ ਨੂੰ ਕਹੀਂ ਕਿ ਕੰਮੋ ਤੇ ਕੈਲੇ ਨੂੰ ਵੀ ਕੈਨੇਡਾ ਪੱਕਾ ਕਰਾ ਦੇ, ਜ਼ਿੰਦਗੀ ਬਣ ਜੂ ਉਹਨਾਂ ਦੀ ਵੀ। ਸੋਚਦਾ ਤਾਂ ਮੈਂ ਵੀ ਇਹੀ ਆ ਸਰਦਾਰਾ, ਕਿੰਨਾ ਕੁ ਚਿਰ ਵਿਚਾਰਾ 2 ਕਿੱਲਿਆਂ ਨਾਲ ਟੱਕਰਾਂ ਮਾਰੀ ਜਾਊ। ਕੋਈ ਗੱਲ ਨਹੀਂ, ਆਉਣ ਦੇ ਸੁੱਖੀ ਦਾ ਫੋਨ, ਮੈਂ ਕਰਦਾ ਉਹਦੇ ਨਾਲ ਗੱਲ। ਤੂੰ ਬੇਫਿਕਰਾ ਹੋ ਕੇ ਜਾ। ਚੱਲ ਚੰਗਾ ਸਰਦਾਰਾ, ਫਿਰ ਮੈਂ ਚੱਲਦਾ। ਚੰਗਾ ਫਿਰ, ਓਕੇ। ਓਕੇ। ਆ ਲਓ ਜੀ ਪਾਣੀ। ਸੁੱਖੀ ਦਾ ਕੋਈ ਫੋਨ ਆਇਆ ਕਿ ਨਹੀਂ? ਜੀ ਨਹੀਂ,
ਪਰ ਹਾਂ ਉਹਦੀ ਸਹੇਲੀ ਐ ਸੀ ਜੋਤੀ, ਨਾਰਾਜ਼ ਹੁੰਦੀ ਪਈ ਸੀ ਮੈਨੂੰ ਸੁੱਖੀ ਨੇ ਆਪਣੇ ਵਿਆਹ ਤੇ ਨਹੀਂ ਬੁਲਾਇਆ ਤੇ ਉਸਦਾ ਨੰਬਰ ਵੀ ਮੰਗਦੀ ਪਈ ਸੀ। ਅੱਛਾ, ਉਹ ਰਾਏਕੋਟ ਵਾਲਿਆਂ ਦੀ ਕੁੜੀ ਸੁੱਖੀ ਨਾਲ ਕਾਲਜ ਪੜ੍ਹਦੀ ਹੁੰਦੀ ਸੀ। ਤੇਰੇ ਡੈਡੀ ਦਾ ਫੋਨ ਤਾਂ ਨਹੀਂ ਆਇਆ ਕੋਈ? ਜੀ ਨਹੀਂ। ਹੁਣ ਤਾਂ ਸਾਲੇ ਸ਼ਰੀਕ ਵੀ ਗੁੱਜਾ ਗੁੱਜਾ ਜਿਹਾ ਹੱਸਣ ਲੱਗ ਪਏ ਨੇ। ਬਾਹਰ ਜਾਣਾ ਸਾਲਾ ਮੁੱਛ ਦਾ ਸਵਾਲ ਹੋਇਆ ਪਿਆ। ਤੇਰੇ ਡੈਡੀ ਨੇ ਤੇਰਾ ਵਿਆਹ ਮੇਰੇ ਨਾਲ ਇਸ ਕਰਕੇ ਕੀਤਾ ਸੀ ਕਿ ਭੈਣ ਬਾਹਰ ਗਈ, ਕੱਲ ਨੂੰ ਭਰਾ ਵੀ ਬਾਹਰ ਜਾਊਗਾ। ਸਾਲੀ ਸ਼ਰਮਿੰਦਗੀ ਮਾਰੀ ਜਾਂਦੀ ਆ। ਮੈਂ ਤੇਰੇ ਡੈਡੀ ਨੂੰ ਕਿੱਦਾਂ ਫੇਸ ਕਰਾਂਗਾ? ਤੁਸੀਂ ਨਾ ਟੈਨਸ਼ਨ ਲਈ ਜਾਇਆ ਕਰੋ। ਡੈਡੀ ਨੂੰ ਪਤਾ ਹੈ ਕਿ ਬਾਹਰਲੇ ਕੰਮ ਇੰਨੇ ਔਖੇ ਨੇ, ਨਾਲੇ ਮੈਨੂੰ ਬਾਹਰ ਜਾਣ ਦਾ ਕੋਈ ਸ਼ੌਂਕ ਨਹੀਂ। ਉਹ ਰੱਬ ਦਾ ਦਿੱਤਾ ਇੱਧਰ ਹੀ ਬਹੁਤ ਕੁਝ ਹੈ। ਕੀ ਆ ਇੱਥੇ ਸਵਾਏ ਮਿੱਟੀ ਘੱਟੇ ਤੋਂ? ਇਸ ਮਿੱਟੀ ਕੱਟੇ ਵਿੱਚ ਹੀ ਤਾਂ ਆਪਣੇਪਨ ਦੀ ਮਹਿਕ ਆਉਂਦੀ ਹੈ। ਇਸ ਮਿੱਟੀ ਕੱਟੇ ਵਿੱਚ ਹੀ ਤਾਂ ਅਸੀਂ ਜੰਮੇ ਪਲੇ ਹਾਂ। ਇਹ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਨਿਭਾਉਂਦੀ ਹੈ। ਜਿਉਂਦਿਆਂ ਦਾ ਭਾਰ ਚੱਲਦੀ ਹੈ ਤੇ ਮੋਹਿਆਂ ਨੂੰ ਆਪਣੀ ਬੁੱਕਲ ਵਿੱਚ ਲਕੋ ਲੈਂਦੀ ਹੈ। ਇਸ ਲਈ ਤਾਂ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਖਾਕ ਨਾ ਨਿੰਦੀ, ਖਾਕੋ ਜੇੜ ਨਾ ਕੋਏ, ਜੀਵਦੇ ਆ ਪੈਰਾਂ ਤਲੇ ਤੇ ਮੋਹਿਆਂ ਉੱਪਰੇ ਹੋਏ। ਮਹਾਰਾਜ, ਮੈਨੂੰ ਸਿੱਖਿਆਵਾਂ ਨਹੀਂ ਚਾਹੀਦੀਆਂ। ਮੈਨੂੰ ਬੈਟਰ ਫਿਊਚਰ ਚਾਹੀਦਾ, ਲਾਈਫ ਸਟੈਂਡਰਡ ਚਾਹੀਦਾ, ਜੋ ਇੱਥੇ ਰਹਿ ਕੇ ਨਹੀਂ ਮੈਨੂੰ ਮਿਲ ਸਕਦਾ, ਸਿਰਫ ਬਾਹਰ ਜਾ ਕੇ ਮਿਲ ਸਕਦਾ। ਪੰਜਾਬ ਦੀ ਸਰਦਾਰੀ ਤੇ ਤਾਂ ਸਭ ਨੂੰ ਮਾਣ ਹੈ। ਜੇਕਰ ਮੇਰੀ ਅੰਗੂਠੀ ਵਿੱਚ ਨਾ ਕਰ ਦਿੱਤਾ ਜਾਵੇ ਤਾਂ ਇਹ ਕਿਸ ਕੰਮ ਦੀ? ਇਸੇ ਤਰ੍ਹਾਂ ਹੀ ਪੰਜਾਬ ਵੀ ਭਾਰਤ ਦਾ ਨਗ ਹੈ ਨਗ। ਜੇਕਰ ਇਹ ਨਹੀਂ ਮਾੜਾ ਹੁੰਦਾ ਤਾਂ ਬਾਹਰਲੀ ਕੰਪਨੀ ਇੱਥੇ ਆਪਣਾ ਢੋਲ ਢਮੱਕਾ ਚੱਕ ਕੇ ਨਾ ਆਉਂਦੀਆਂ। ਉਹ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੁਨੀਆ ਦਾ ਢਿੱਡ ਭਰਨ ਵਾਲੇ ਨੂੰ ਤਾਂ ਹਰ ਵਰਗ ਸਤਿਕਾਰ ਉਹ ਮੈਥੋਂ ਨਹੀਂ ਹੁੰਦਾ ਕਿਸਾਨੀ ਕਸੂਨੀ ਵਾਲਾ ਕੰਮ। 24 ਘੰਟੇ ਭਈਆਂ ਨਾਲ ਭਈਏ ਬਣੇ ਰਹੋ ਨਾ। ਜੇ ਇੱਥੇ ਰਹਿ ਕੇ ਮਿੱਟੀ ਨਾਲ ਮਿੱਟੀ ਹੋਣਾ ਸੀ ਤਾਂ ਕੀ ਲੋੜ ਸੀ 12 ਲੱਖ ਰੁਪਏ ਲਾ ਕੇ ਕੁੜੀ ਨੂੰ ਬਾਹਰ ਘੱਲਣ ਦੀ? ਨਹੀਂ ਕਰਨਾ ਹੈ। ਇਹ ਤੁਹਾਡਾ ਭੁਲੇਖਾ ਹੈ। ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ। ਸੰਘਣੀ ਛਾਂ ਬਾਬੇ ਨਾਨਕ ਨੇ ਬਹੁਤ ਵੱਡਾ ਦਰਜਾ ਦਿੱਤਾ ਹੈ ਖੇਤੀ ਕਰਨ ਵਾਲਿਆਂ ਨੂੰ। ਆਪ ਸੁਜਾਨ ਨਾ ਭੁੱਲੀ, ਸੱਚਾ ਵੱਢ ਕਿਰਸਾਨ, ਪਹਿਲਾਂ ਧਰਤੀ ਸਾਧਿਕੇ, ਸੱਚ ਨਾਮ ਦੇ ਦਾਨ। ਵਿਆਹੀ ਹੋਈ ਧੋਖਾ ਦੇ ਜਾਂਦੀ ਹੈ ਪਰ ਵਾਹੀ ਹੋਈ ਨਹੀਂ। ਇਹ ਰਿਸ਼ਤਾ ਹੈ ਜੱਟ ਤੇ ਜ਼ਮੀਨ ਦਾ। ਤੁਸੀਂ ਤਾਂ ਇੱਥੇ ਬੈਠੇ ਕਹੀ ਜਾਂਦੇ ਹੋ ਕਿ ਕੁੜੀ ਕੁਝ ਨਹੀਂ ਕਰਦੀ, ਪਰ ਤੁਸੀਂ ਕਦੇ ਇਹ ਸੋਚਿਆ ਵੀ ਉਹ ਕਿਸੇ ਪ੍ਰੋਬਲਮ ਵਿੱਚ ਤਾਂ ਨਹੀਂ? ਗੱਲ ਤਾਂ ਤੂੰ ਵੀ ਠੀਕ ਕਹਿ ਰਹੀ ਹੈ। ਪਹਿਲਾਂ ਤਾਂ ਸੁੱਖੀ ਦਾ 2-3 ਦਿਨਾਂ ਬਾਅਦ ਹੀ ਫੋਨ ਆ ਜਾਂਦਾ ਸੀ ਤੇ ਹੁਣ ਤਾਂ ਮਹੀਨਾ ਹੋ ਗਿਆ। ਹੇ ਰੱਬਾ, ਮੇਰੀ ਭੈਣ ਤੋਂ ਸਾਰੀਆਂ ਬਲਾਵਾਂ ਨੂੰ ਦੂਰ ਰੱਖੀ। ਸੁੱਖੀ, ਜੀ ਆਹ ਸੂਟ ਸਾਟ ਜੇ ਪਾਉਣੇ ਛੱਡ ਦੇ ਹੁਣ। ਪੈਂਟ ਸ਼ਰਟ ਪਾਇਆ ਕਰ ਤੇ ਸਟੋਰ ਤੇ ਜਾ ਕੇ ਕੰਮ ਕਰਿਆ ਕਰ। Is that clear? ਯੈਸ। Good. ਹੈਲੋ। ਹਾਂ ਸੁੱਖੀ ਪੁੱਤ, ਕਿਵੇਂ ਐ? ਬਾਪੂ ਜੀ ਠੀਕ ਹੈ। ਤੁਹਾਨੂੰ ਵਧਾਈਆਂ ਹੋਣ, ਤੁਸੀਂ ਨਾਨਾ ਜੀ ਬਣ ਗਏ। ਉਹ ਵਧਾਈਆਂ ਹੋਣ, ਵਧਾਈਆਂ। ਮੈਨੂੰ ਵੀ ਰੱਬ ਨੇ ਧੀ ਦਿੱਤੀ ਬਾਪੂ ਜੀ। ਲੈ ਫੇਰ ਕੀ ਗੱਲ ਹੋ ਗਈ ਪੁੱਤ? ਇਹ ਵੀ ਤਾਂ ਰੱਬ ਦਾ ਜੀ ਐ। ਹਾਂ ਹੋਰ ਸੁਣਾ, ਠੀਕ ਐ? ਹੋਰ ਮੰਮਾ ਕਿਵੇਂ ਨੇ? ਹਾਂ ਹਾਂ, ਉਹ ਵੀ ਇੱਥੇ ਹੀ ਐ। ਸਾਰੇ ਠੀਕ ਠਾਕ ਨੇ। ਗੱਲ ਕਰਾਇਓ ਉਹਨਾਂ ਨਾਲ। ਲੈ ਕਰ ਲੈ ਗੱਲ। ਗੱਲ ਕਰ ਸੁੱਖੀ ਨਾਲ। ਵਧਾਈਆਂ ਹੋਣ ਤੈਨੂੰ, ਨਾਨੀ ਬਣ ਗਈ ਤੂੰ। ਹੈਲੋ। ਹਾਂਜੀ ਹਾਂ ਪੁੱਤ ਸੁੱਖੀ, ਹਾਂਜੀ। ਠੀਕ ਆ ਪੁੱਤ। ਤੁਸੀਂ ਨਾਨੀ ਬਣ ਗਏ। ਵਧਾਈਆਂ ਤੈਨੂੰ ਵੀ ਪੁੱਤ, ਸਵਾ ਵਧਾਈਆਂ। ਹੈ ਬਾਲ ਬੱਚਾ ਰਾਜੀ ਹੈ ਨਾ? ਹਾਂਜੀ ਠੀਕ ਆ। ਵੀਰਾ ਕਿਵੇਂ ਆ, ਨਾਲੇ ਭਾਬੀ? ਕਹਿਲਾ ਉਹ ਵੀ ਇੱਥੇ ਹੀ ਹੈ ਪੁੱਤ। ਲੈ ਫੜ ਪੁੱਤ। ਲੈ ਕਰ ਗੱਲ। ਹੈਲੋ, ਸਤਿ ਸ੍ਰੀ ਅਕਾਲ ਭੈਣ। ਹਾਂ ਵੀਰੇ, ਸਤਿ ਸ਼੍ਰੀ ਅਕਾਲ। ਹੋਰ ਉਹ ਮੈਂ ਸੁਣਿਆ ਮੈਂ ਮਾਮਾ ਬਣ ਗਿਆ। ਹਾਂਜੀ ਵੀਰੇ, ਤੁਸੀਂ ਮਾਮਾ ਬਣ ਗਏ। ਚੱਲ ਹੁਣ ਇਸੇ ਖੁਸ਼ੀ 'ਚ ਨਾ ਫਟਾਫਟ ਮੇਰੇ ਕਾਗਜ਼ ਭੇਜ ਦੇ। ਕਾਗਜ਼? ਹੈਲੋ ਹੈਲੋ।
ਚੰਗਾ ਵੀਰ, ਫਿਰ ਮੈਂ ਬਾਅਦ ਚ ਗੱਲ ਕਰਦੀ ਹਾਂ। ਹੈਲੋ ਓਕੇ ਬਾਏ। ਹੈਲੋ ਹੈਲੋ ਬਾਪੂ ਜੀ, ਮੈਂ ਜਦੋਂ ਵੀ ਕਾਗਜ਼ਾਂ ਦੀ ਗੱਲ ਕਰਦਾ ਸੁੱਖੀ ਮੇਰਾ ਫੋਨ ਕੱਟ ਦਿੰਦੀ ਆ। ਮੈਨੂੰ ਲੱਗਦਾ ਜ਼ਰੂਰ ਕੋਈ ਗੱਲ ਆ। ਕੈਲੇ ਦੇ ਬਾਪੂ ਜੀ, ਮੈਨੂੰ ਆਪਣੀ ਸੁੱਖੀ ਖੁਸ਼ ਨਹੀਂ ਲੱਗਦੀ। ਮੈਨੂੰ ਲੱਗਦਾ ਹੈ ਜਿਵੇਂ ਉਹ ਸਾਡੇ ਤੋਂ ਕੋਈ ਗੱਲ ਲੁਕੋਰੀ ਹੋਵੇ। ਨਹੀਂ ਨਹੀਂ, ਐਵੇਂ ਵਹਿਮ ਹੋਣਾ ਤੇਰਾ ਕੋਈ। ਪਰ ਮੇਰਾ ਮਨ ਨਹੀਂ ਮੰਨਦਾ। ਸੱਚ ਪੁੱਛੇ ਤਾਂ ਮਨ ਮੇਰਾ ਵੀ ਨਹੀਂ ਮੰਨਦਾ, ਪਰ ਹੁਣ ਕਰ ਵੀ ਕੀ ਸਕਦੇ ਆ। ਹੁਣ ਤਾਂ ਬਸ ਰੱਬ ਅੱਗੇ ਅਰਜ਼ੋਈ ਕਰ ਸਕਦੇ ਆ ਕਿ ਸਾਡੀ ਕੁੜੀ ਸੁਖੀ ਰਹੇ। ਬਾਕੀ ਕੋਈ ਗੱਲ ਨਹੀਂ, ਮੈਂ ਕੱਲ ਕਰਦਾ ਵਿਚੋਲੇ ਨਾਲ ਗੱਲ। ਹੁਣ ਤੁਸੀਂ ਆਪਣਾ ਕੰਮਕਾਰ ਕਰੋ। ਚੱਲ ਕੈਲੇ ਪੁੱਤ, ਤੂੰ ਡੰਗਰਾਂ ਕਨੀ ਮਾਰਿਆ ਗੇੜਾ। ਮਨਾ, ਇਹ ਕੀ ਹੋ ਗਿਆ ਮੇਰੇ ਨਾਲ? ਮੈਂ ਨਿੱਤ ਕੰਮ ਕਰਦੀ ਆ ਤੇ ਘਰ ਬੈਠਾ ਸ਼ਰਾਬ ਪੀ ਜਾਂਦਾ ਰਹਿੰਦਾ। ਇਹਦੇ ਇਸੇ ਕਲੇਸ਼ ਕਰਕੇ ਤਾਂ ਮੈਂ ਆਪਣੀ ਬੱਚੀ ਨੂੰ ਇਹਦੇ ਦਾਦਾ ਜੀ ਕੋਲ ਛੱਡਿਆ। ਹੁਣ ਮੈਂ ਕੀ ਕਰਾਂ? ਕੀਟੀ ਦੇ ਘਰਦਿਆਂ ਨਾਲ ਗੱਲ ਕਰਾਂ ਜਾਂ ਇੰਡੀਆ ਆਪਣੇ ਮਾਪਿਆਂ ਨੂੰ ਫੋਨ ਕਰਕੇ ਸਭ ਦੱਸ ਦਿਆਂ? ਇੰਜ ਨਹੀਂ ਕਰ ਸਕਦੀ। ਉਹ ਤਾਂ ਮੇਰੀ ਫਿਕਰ ਵਿੱਚ ਚੋਰੀ ਮਰ ਜਾਣਗੇ। ਫਿਰ ਮੈਂ ਕੀ ਕਰਾਂ? ਹਾਏ ਮੇਰੇ ਡਾਢਿਆ ਰੱਬਾ, ਇਹ ਕਿਸ ਪ੍ਰੀਖਿਆ ਵਿੱਚ ਪਾ ਦਿੱਤਾ ਹੈ ਤੂੰ ਮੈਨੂੰ। ਕਿਉਂ ਨਾ ਮੈਂ ਦਿਲਜੀਤ ਭੈਣ ਜੀ ਨੂੰ ਫੋਨ ਕਰਾਂ? ਕੋਈ ਤਾਂ ਲੈ ਕੇ ਆਈ ਸੀ। हेलो हेलो, कौन? सुखी? हाउ आर यू? दीदी, आई एम नॉट वेल दीदी। व्हाट हैपेंड? की होया सुखी? दीदी, मैं ठीक नहीं। सुखी, तू रो क्यों रही है पागल? दस की होया? दीदी, मैं फोन ते नहीं दस सकती। तुसी प्लीज मेरे को आ जाओ, मैं बहुत टेंशन च दीदी। सुखी, की हो गया? मैनू दस की गल है। मैं तेनू इसे वीकेंड ते मिल लैनी 2 दिनों दी तां गल है। मैं मिलके दसूंगी दीदी सब कुछ। आना जरूर, नहीं तो मैं कुछ कर लेना अपने आप नू। पागलां वर्गियां गल्लां करदी है। की हो गया सुखी? मैं हुणे आ रही हां तेनू मिलन। चंगा दीदी, आना जरूर। की हो गया इस कुड़ी नू? मैनू लगदा मैनू हुणे मिलना पैना इसनू। की परदेसां दे विच मिलदा छड्ड के वतन प्यारा। मैनू पता है इत्थे लगया मेला ठगवण जारा। रंगली जवानी मेरी साड़ती दुख दी पट्ठी पाके। दुख परदेसना दे, दुख परदेसना दे, दुख परदेसना दे, दुख परदेसना दे। इन्ना कुछ वापर गया तेरे नाल ते तू मैनू दसना भी ठीक नहीं समझिया। की दसदी दीदी? चंगा चक्के अपना ही तो ढिड नंगा हुंदा है ना। ते मैं नहीं चाहती सी साडे कलेश बारे किसी ने भी पता लगे।
ਜਦ ਪਾਣੀ ਸਿਰ ਤੋਂ ਪਾਰ ਲੰਘ ਗਿਆ, ਹਾਰ ਕੇ ਮੈਂ ਤੁਹਾਨੂੰ ਫੋਨ ਕੀਤਾ। ਕੋਈ ਵੀ ਬਿਮਾਰੀ ਲੁਕਾਉਣ ਨਾਲ ਲਾਇਲਾਜੀ ਬਣਦੀ ਹੈ, ਖਤਮ ਨਹੀਂ ਹੁੰਦੀ। ਹੈ ਤੇ ਮੇਰਾ ਦਿਓਰ ਹੀ, ਪਰ ਤੇਰੇ ਵੀਰ ਜੀ ਨਾਲੋਂ ਬਿਲਕੁਲ ਵੱਖਰਾ। ਅੜੀਅਲ ਸੁਭਾਅ ਦਾ ਏ, ਤਾਂ ਹੀ ਤੇ ਸਾਥੋਂ ਵੱਖਰਾ ਰਹਿੰਦਾ। ਬਾਈ ਦਾ ਵੇ, ਤੂੰ ਇੰਡੀਆ ਵਾਪਸ ਕਿਉਂ ਨਹੀਂ ਚਲੀ ਜਾਂਦੀ? ਕਿਉਂਕਿ ਮੈਂ ਇੱਕ ਭਾਰਤੀ ਨਾਰੀ ਦੀ ਤੇ ਭਾਰਤੀ ਸਮਾਜ ਦੇ ਅਨੁਸਾਰ ਬਾਪ ਦੇ ਘਰੋਂ ਜਾਂ ਧੀ ਦੀ ਡੋਲੀ ਉੱਠਦੀ ਹੈ ਜਾਂ ਉਹਦੀ ਅਰਥੀ, ਤੇ ਦੋਨਾਂ ਦਾ ਵਾਪਸ ਮੁੜਨਾ ਅਨਰਥ ਮੰਨਿਆ ਜਾਂਦਾ ਹੈ ਦੀਦੀ, ਅਨਰਥ। ਆਹੀ ਗੱਲਾਂ ਕਰਕੇ ਤਾਂ ਮਰਦ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਆ ਰਿਹਾ ਹੈ। ਪੀੜ੍ਹੀ ਦਰ ਪੀੜ੍ਹੀ ਸਾਨੂੰ ਇੱਕੋ ਹੀ ਗੱਲ ਸਿਖਾਈ ਜਾਂਦੀ ਹੈ ਕਿ ਜੇਕਰ ਘਰ ਨੂੰ ਸੁਖੀ ਰੱਖਣਾ ਤਾਂ ਇਸ ਦਾ ਕੇਵਲ ਇੱਕੋ ਹੀ ਤਰੀਕਾ ਹੈ, ਆਪਣੇ ਪਤੀ ਨੂੰ ਖੁਸ਼ ਰੱਖਿਆ ਜਾਵੇ। ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ ਨੇ ਸਾਡੇ ਸਿਰਾਂ ਵਿੱਚ ਇੱਕੋ ਹੀ ਗੱਲ ਘੁਸੇੜ ਕੇ ਪਾਈ ਹੈ ਕਿ ਆਪਣੇ ਪਤੀ ਦੀ ਆਗਿਆਕਾਰ ਬਣ ਕੇ ਰਹੋ, ਤੇ ਪਤੀ ਭਾਵੇਂ ਸਾਡੇ ਸਿਰਾਂ ਵਿੱਚ ਗਲੀਆਂ ਕਰੀ ਜਾਣ। ਦੀਦੀ, ਮੈਂ ਤਾਂ ਇਹਨਾਂ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਇਹਨਾਂ ਨੇ ਮੈਨੂੰ ਕਿਹਾ ਤੂੰ ਸੂਟ ਛੱਡ ਕੇ ਪੈਂਟ ਸ਼ਰਟ ਪਾ ਤੇ ਸਟੋਰ ਤੇ ਕੰਮ ਕਰ। ਮੈਂ ਉਹ ਵੀ ਕੀਤਾ। ਸਾਰਾ ਦਿਨ ਬਸ ਕੰਮ। ਇੱਕ ਹਫ਼ਤਾ ਵੀ ਪੂਰਾ ਨਹੀਂ ਹੁੰਦਾ ਤੇ ਮੇਰੇ ਤੋਂ ਚੈੱਕ ਮੰਗਣ ਲੱਗ ਜਾਂਦੇ ਨੇ। ਘਰ ਬੈਠੇ ਸ਼ਰਾਬ ਪੀ ਜਾਂਦੇ ਰਹਿੰਦੇ ਨੇ, ਕੋਈ ਕੰਮ ਨਹੀਂ ਕਰਦੇ, ਤੇ ਜੇ ਕੰਮ ਕਰਨ ਨੂੰ ਕਹਾਂ ਅੱਗੋਂ ਕਲੇਸ਼ ਕਰਦੇ ਨੇ। ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਤੂੰ ਟੈਨਸ਼ਨ ਨਾ ਲੈ, ਮੈਂ ਹੈਗੀ ਤੇਰੇ ਨਾਲ। ਮੈਂ ਤੇਰੇ ਵੀਰ ਜੀ ਨਾਲ ਗੱਲ ਕਰਦੀ ਆਂ, ਡੈਡ ਨਾਲ ਗੱਲ ਕਰਕੇ ਆਪਾਂ ਕੱਢਦੇ ਆਂ ਇਸ ਮਸਲੇ ਦਾ ਹੱਲ ਕੋਈ। ਤੂੰ ਕੱਲੀ ਨਹੀਂ ਹੈਗੀ ਇੱਥੇ, ਬਥੇਰੀਆਂ ਪਰਦੇਸਣਾ ਰੋਂਦੀਆਂ ਇੱਥੇ। ਪੱਥਰਾਂ ਦੀ ਦੁਨੀਆ ਹੈ, ਪੱਥਰਾਂ ਦੀ। ਇੱਥੇ ਲੋਕਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਮਰ ਚੁੱਕੀਆਂ ਨਾ ਲੋਕਾਂ ਦੀਆਂ ਫੀਲਿੰਗਸ, ਔਰ ਫੀਲਿੰਗਸ ਦੀ ਜਗ੍ਹਾ ਲੈ ਲਈਏ ਡਾਲਰਾਂ ਨੇ। ਪਰ ਤੂੰ ਫਿਕਰ ਨਾ ਕਰੀ, ਮੈਂ ਹੈਗੀ ਤੇਰੇ ਨਾਲ। ਚੰਗਾ, ਹੁਣ ਮੈਂ ਚੱਲਦੀ ਆਂ। ਦੀਦੀ, ਹਾਂ ਦੀਦੀ, ਬੋਲ। ਇੱਕ ਆਖਰੀ ਸਵਾਲ ਪੁੱਛਾਂ? ਹਾਂ ਪੁੱਛ। आखिर कब तक औरत होण दा संताप मनाउंदी रहू? कद मुक्कणगे ना परदेसण धीआं दे दुख? ये तेरे कली दा सवाल नहीं है, ये पूरी औरत जाति दा सवाल है। चुप तो औरत जुगां तो ही है। जिस दिन औरत ने अपनी चुप तोड़ के बोलना शुरू कर दिता ना, उस दिन तेनू तेरे सवाल दा जवाब मिल जाएगा। पूरी औरत जाति नू उन्हां दे सवालां दा जवाब मिल जाएगा। चंगा, हुण मैं चलदी हां, तू अपना ख्याल रख। दीदी, कह देना सौखा है दीदी, मैं भी तो एक हड्ड मांस की पुतली हाँ। कोई दुर्गा या देवी तो नहीं जो इन्हां शैतानां दा सामना कर सका। मैं परदेसन, देश बेगाने, ना कोई भैन ना भाई ते ना ही कोई सका संबंधी। किनू दुखड़े सुनावा? रब्बा, हुण तू ही कोई रास्ता दिखा। मेरे दुखड़े मेरे बाबुल नू सुना। मेरे दुखड़े मेरे बाबुल नू सुना। ਮੈਨੂੰ ਲੱਗਦਾ ਏਦਾਂ ਦਾ
ਕੀ ਦੱਸਿਆ ਤੂੰ ਭਾਬੀ ਨੂੰ ਮੇਰੇ ਬਾਰੇ? ਮੈਂ ਤੇਰੇ ਨਾਲ ਗੱਲ ਕਰ ਰਿਹਾ। ਕੇਡੀ ਪਲੀਜ਼, ਤੁਹਾਨੂੰ ਪਤਾ ਤੁਹਾਡੀਆਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਮੇਰਾ ਤਨ ਮਨ ਛਿਲਿਆ ਪਿਆ। ਆਏ ਦਿਨ ਤੁਹਾਡੀਆਂ ਇਹ ਗੱਲਾਂ ਸੁਣ ਸੁਣ ਕੇ ਮੇਰਾ ਸਿਰ ਫਟਣ ਲੱਗ ਗਿਆ। ਮੇਰਾ ਕਸੂਰ ਕੀ ਹੈ? ਤੇਰਾ ਕਸੂਰ ਹੈ ਤੂੰ ਇੰਡੀਅਨ ਹੈ, ਕਚਰਾ, ਜਾਹਿਲ ਲੋਕ ਹੋ ਤੁਸੀਂ। ਤੁਹਾਨੂੰ ਕੀ ਪਤਾ ਅਬਰੋਡ 'ਚ ਹਸਬੈਂਡ ਨੂੰ ਕਿੱਦਾਂ ਖੁਸ਼ ਰੱਖੀਦਾ? ਯੂ ਬਲੱਡੀ ਇੰਡੀਅਨਸ। ਸਟਾਪ ਇਟ ਕੁਲਦੀਪ, ਇਟਸ ਇਨਫ ਨਾਓ। ਬਹੁਤ ਜ਼ਲੀਲ ਕਰ ਚੁੱਕੇ ਤੁਸੀਂ ਮੈਨੂੰ। ਖਬਰਦਾਰ ਜੇ ਮੇਰੇ ਤੇ ਮੇਰੇ ਦੇਸ਼ ਦੇ ਖਿਲਾਫ ਇੱਕ ਲਫ਼ਜ਼ ਵੀ ਬੋਲਿਆ ਤਾਂ। ਯੂ ਬਲੱਡੀ ਬਿਚ, ਤੇਰੀ ਇੰਨੀ ਮਜਾਲ ਤੂੰ ਮੇਰੇ ਨਾਲ ਜ਼ਬਾਨ ਲੜਾਵੇਂ। ਯੂ ਰਾਸਕਲ, ਨਫ਼ਰਤ ਹੈ ਮੈਨੂੰ ਤੇਰੇ ਨਾਲ। ਭੇੜੀਆਂ ਹੈ ਤੂੰ, ਕੋਈ ਫਰਕ ਨਹੀਂ ਤੇਰੇ ਲਈ ਜਾਨਵਰ ਤੇ ਇਨਸਾਨ ਵਿੱਚ। ਛੱਡ ਦੇ ਮੈਨੂੰ, ਛੱਡ। ਨਫ਼ਰਤ ਹੈ ਮੈਨੂੰ ਤੇਰੇ ਨਾਲ। ਮੈਨੂੰ ਤੇਰੀ ਨਫ਼ਰਤ ਨਹੀਂ, ਚੈੱਕ ਚਾਹੀਦਾ, ਚੈੱਕ। ਬੋਲ ਦਿੰਨੀ ਆ ਕਿ ਨਹੀਂ? ਨਹੀਂ। ਬਹੁਤ ਮਾੜਾ ਕੀਤਾ ਤੈਨੂੰ ਮੈਂ ਕੈਨੇਡਾ ਲਿਆ ਕੇ। ਕੈਨੇਡਾ ਤੁਸੀਂ ਪੁੰਨ ਲਿਆਂਦਾ? 12 ਲੱਖ ਲੈ ਕੇ ਆਏ ਨੇ ਮੇਰੇ ਇੱਥੇ। ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਮੇਰੇ ਇੱਥੇ ਭੇਜਿਆ। ਉਹਨਾਂ ਨੇ ਤਾਂ ਆਪਣੀ ਧੀ ਨੂੰ ਖੁਸ਼ ਰੱਖਣ ਲਈ ਮੱਥੇ ਵੱਟ ਵੀ ਨਹੀਂ ਪਾਇਆ, ਤੇ ਤੁਸੀਂ ਮੇਰਾ ਜੰਮ ਵੀ ਖਾਈ ਜਾਂਦੇ ਹੋ। ਇਸ ਤੋਂ ਚੰਗਾ ਉਹਦੀ ਕਿਸੇ ਮਜ਼ਦੂਰ ਨਾਲ ਵਿਆਹ ਕਰਵਾ ਲੈਂਦੀ, 4 ਦਿਨ ਸੁਖੀ ਤਾਂ ਕੱਢ ਲੈਂਦੀ। ਜਾਂ ਮੇਰੇ ਜੰਮਦੀ ਦੇ ਗਲ ਕੁੱਟਾ ਦੇ ਕੇ ਮਾਰ ਦਿੰਦੇ ਮੈਨੂੰ। ਜ਼ਿਆਦਾ ਪਕਾਈ ਨਾ ਮਾਰ, ਮੈਨੂੰ ਚੈੱਕ ਦੇ ਦੇ। ਜੇ ਜੰਮਦੀ ਨੂੰ ਕਿਸੇ ਨੇ ਨਹੀਂ ਮਾਰਿਆ ਤਾਂ ਮੈਂ ਹੁਣ ਗੋਲੀ ਮਾਰ ਕੇ ਤੈਨੂੰ ਮਾਰ ਦਿੰਨਾ। ਮਾਰ ਦੇ ਮੈਨੂੰ, ਮੇਰੀ ਧੀ ਨੂੰ ਰੱਬ ਆਪੇ ਹੀ ਪਾਲ ਲੂ। ਮੈਂ ਤਾਂ ਕਦੇ ਆਪਣਾ ਦੁੱਖ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਿਆ। ਹਾਏ ਵੇ ਮੇਰੇ ਬਾਬਲਾ, ਇਹ ਕਿਸ ਕਸਾਈ ਦੇ ਲੜ ਲਾਤਾ ਮੈਨੂੰ। ਜੇ ਕਸਾਈ ਹੈ ਨਾ ਤਾਂ ਹੁਣ ਕਸਾਈ ਹੀ ਬਣਨ ਦੇ। ਲੰਮੀਆਂ ਸਾਹ ਲੈ ਕੇ ਕੱਲੀ ਤੇ ਸੁਖੀ ਮਰ ਜਾਣੀ। ਮੈਨੂੰ ਲੱਗਦਾ ਉਮਰ ਹੈ ਥੋੜੀ, ਹੋ ਗਈ ਖਤਮ ਕਹਾਣੀ। ਖੂਹ ਵਿੱਚ ਬਹਿ ਗਈ ਪੜਾਈ ਬਾਬਲਾ, ਤੋਰੀ ਜੋ ਡਿਗਰੀ ਕਰਾ ਕੇ। ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ। ਹੈਲੋ। ਹੈਲੋ, ਬਲਬੀਰ ਸਿੰਘ ਜੀ। ਹਾਂਜੀ ਹਾਂ ਸਰਦਾਰ ਜੀ, ਸਤਿ ਸ੍ਰੀ ਅਕਾਲ। ਹੋਰ ਸਭ ਠੀਕ ਠਾਕ ਤਾਂ ਹੈ? ਨਹੀਂ ਸਰਦਾਰ ਸਾਹਿਬ, ਆਪਾਂ ਤਾਂ ਲੁੱਟੇ ਗਏ ਯਾਰਾ। ਲੁੱਟੇ ਗਏ? ਕੀ ਗੱਲ ਹੋ ਗਈ ਸਰਦਾਰ ਜੀ? ਉਹੀ ਹੋ ਗਿਆ ਭਰਾਵਾ ਜੋ ਨਹੀਂ ਹੋਣਾ ਚਾਹੀਦਾ ਸੀ। ਜੋ ਨਹੀਂ ਹੋਣਾ ਸੀ ਹੋ ਗਿਆ। ਸਰਦਾਰ ਜੀ ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦੇ ਹੋ? ਖੁੱਲ ਕੇ ਦੱਸੋ ਕੀ ਗੱਲ ਹੋਈ ਹੈ। ਖੇੜੀ ਤੇ ਸੁੱਖੀ ਆਪਸ ਚ ਲੜ ਪਏ ਯਾਰ। ਝਗੜਾ ਹੋ ਗਿਆ? ਸੁੱਖ ਤਾਂ ਹੈ ਸਰਦਾਰ ਜੀ। ਨਹੀਂ, ਸੁੱਖੀ ਤਾਂ ਨਹੀਂ ਹੈ ਯਾਰਾ। ਆਪਸ ਚ ਲੜਦੇ ਲੜਦੇ ਕਿਹੜੀ ਨੇ ਸੁੱਖੀ ਤੇ ਗੋਲੀ ਚਲਾਤੀ ਤੇ ਸੁੱਖੀ ਪੂਰੀ ਹੋ ਗਈ। ਬਲਵੀਰ ਸਿੰਘ ਜੀ, ਹੈਲੋ। ਬਲਵੀਰ ਸਿੰਘ ਜੀ, ਹੈਲੋ ਹੈਲੋ। ਕੀ ਹੋਇਆ ਸੁੱਖੀ ਦੇ ਬਾਪੂ?
ਸੁੱਖੀ ਦੇ ਬਾਪੂ ਕੀ ਹੋ ਗਿਆ ਸੁੱਖੀ ਦੇ ਬਾਪੂ? ਬਾਪੂ ਬਾਪੂ ਕੀ ਗੱਲ ਹੋਈ? ਓਏ ਆਪਾਂ ਲੁੱਟੇ ਗਏ। ਕੁਝ ਦੱਸੋ ਤਾਂ ਸਹੀ, ਕੀ ਹੋ ਗਿਆ? ਪਾਪੀਆਂ ਨੇ ਆਪਣੀ ਸੁੱਖੀ ਮਾਰਤੀ। ਜੇ ਮੈਂ ਉੱਥੇ ਹੁੰਦਾ ਤਾਂ ਬਰਾਬਰ ਦੀਆਂ ਲਾਸ਼ਾਂ ਵਿਛਾ ਦਿੰਦਾ ਬਾਪੂ। ਆਏ ਮੇਰੀ ਧੀਏ ਰੱਬਾ। ਬੀਜੀ ਬੀਜੀ ਕੀ ਹੋ ਗਿਆ ਤੁਹਾਨੂੰ? ਬੀਜੀ ਬੀਜੀ ਸੰਭਾਲੋ ਆਪਣੇ ਆਪ ਨੂੰ। ਬੀਜੀ ਪੁੱਤ ਪਾਣੀ ਲੈ ਗਿਆ। ਕਹਿੰਦੇ ਦੀ ਮਾਂ ਬੇਬੇ ਬੇਬੇ ਪਾਣੀ। ਹੈਲੋ, ਕੀ ਬਣਿਆ ਸਰਦਾਰ ਜੀ? ਬਣਨਾ ਕੀ ਸੀ ਭਰਾਵਾ, ਸੁੱਖੀ ਦਾ ਅੰਤਮ ਸੰਸਕਾਰ ਕਰਤਾ ਤੇ ਖੇੜੀ ਨੂੰ ਉਮਰ ਕੈਦ ਹੋ ਗਈ। ਇਹ ਤੁਸੀਂ ਬਹੁਤ ਮਾੜਾ ਕੀਤਾ। ਮੇਰੀ ਧੀ ਦੀ ਲਾਸ਼ ਤਾਂ ਮੇਰੇ ਤੱਕ ਪਹੁੰਚਾ ਦਿੰਦੇ। ਭਰਾਵਾ ਪੁਲਿਸ ਨੇ ਲਾਸ਼ ਹੀ ਨਹੀਂ ਦਿੱਤੀ, ਅਸੀਂ ਕੀ ਕਰ ਸਕਦੇ ਸੀ। ਮੈਂ ਤੇ ਤੇਰੀ ਦੋਤੀ ਰਾਣੋ ਬੁੱਧਵਾਰ ਨੂੰ ਫੁੱਲ ਲੈ ਕੇ ਆ ਰਹੇ ਹਾਂ। ਚਲੋ ਹੁਣ ਕਰ ਵੀ ਕੀ ਸਕਦੇ ਹਾਂ। ਹੌਸਲਾ ਰੱਖੋ ਬਲਵੀਰ ਸਿੰਘ ਜੀ, ਸਭ ਕਿਸਮਤ ਦੀਆਂ ਹੀ ਗੱਲਾਂ ਨੇ। ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ। ਮੈਨੂੰ ਲੱਗਦਾ ਹੈ ਪਿੰਡ ਕੋਲੇ ਕਿ ਮੁੜ ਨਹੀਂ ਆਇਆ ਜਾਣਾ। ਇੱਥੋਂ ਤਾਂ ਮੇਰੀ ਰੱਖ ਜਾਊਗੀ, ਲੱਗਦੇ ਵਰ ਤੂੰ ਪਾਣਾ। ਕਦੇ ਕਦੇ ਮੇਰਾ ਜੀ ਕਰਦਾ ਮਰ ਜਾਵਾਂ ਕੁਝ ਖਾ ਕੇ। ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ, ਦੁੱਖ ਪਰਦੇਸਣਾ ਦੇ।
ਮੇਰੀ ਧੀ ਸੁਖੀ ਕਿੱਡੀ ਕੋਠੇ ਜੱਡੀ ਕਰਕੇ ਤੋਰੀ ਸੀ ਤੇ ਆ ਗਈ ਹੱਥਾਂ ਵਿੱਚ ਰਾਖ ਦੀ ਮੁੱਠੀ ਬਣ ਕੇ ਓ ਮੇਰਾ ਰੱਬਾ ਚੰਦਰੀ ਕੈਨੇਡਾ ਖਾ ਗਈ ਮੇਰੇ ਸੁਖੀ ਨੂੰ ਮੇਰੇ ਧੀ ਨੂੰ ਮੇਰੀ ਸੁਖੀ ਨਹੀਂ ਬਾਪੂ ਬਾਹਰ ਜਾਣ ਦਾ ਭੂਤ ਮਾਰਦਾ ਮੇਰੇ ਤੇ ਸੀ ਮੈਂ ਸੋਚਿਆ ਮੇਰੀ ਭੈਣ ਬਾਹਰ ਚਲੇ ਜੂ ਆਪਾਂ ਸਾਰੇ ਚਲੇ ਜਾਾਂਗੇ ਓਏ ਇਸ ਦਾ ਅਸਲੀ ਗੁਨਾਹਗਾਰ ਤਾਂ ਮੈਂ ਹਾਂ ਓਏ ਲੋਕੋ ਓਏ ਮੈਂ ਆਪਣੀ ਭੈਣ ਨੂੰ ਮਾਰਦਾ ਓਏ ਨਹੀਂ ਪੁੱਤ ਤੂੰ ਤਾਂ ਚੰਗੇਲੀ ਕੀਤਾ ਸੀ ਇਹ ਤਾਂ ਉਹ ਚੰਦਰੀ ਦੇ ਕਰਮ ਸੀ ਸੋਹਰਾ ਸਾਹਿਬ ਤੁਸੀਂ ਕੰਮੋ ਦਾ ਵਿਆਹ ਮੇਰੇ ਨਾਲ ਇਸ ਕਰਕੇ ਕੀਤਾ ਸੀ ਨਾ ਬਈ ਕੰਮੋ ਵੀ ਕੈਨੇਡਾ ਜਾਊਗੀ ਜੇ ਤੁਸੀਂ ਉਹਨੂੰ ਇੱਥੇ ਵਸਾਉਣਾ ਤਾਂ ਠੀਕ ਆ ਨਹੀਂ ਤਾਂ ਮੈਂ ਤਲਾਕ ਦੇਣ ਨੂੰ ਤਿਆਰ ਆ ਉਹ ਨਾ ਉਹ ਪੁੱਤਰਾ ਅੱਗ ਲੱਗੇ ਹਜੇ ਚੰਦਰੀ ਕੈਨੇਡਾ ਨੂੰ ਮੈਂ ਨਹੀਂ ਭੇਜਦਾ ਆਪਣੀ ਧੀ ਕੈਨੇਡਾ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਮੈਂ ਨਹੀਂ ਜਾਣਾ ਚਾਹੁੰਦੀ ਕੈਨੇਡਾ ਮੇਰੇ ਲਈ ਤਾਂ ਮੇਰਾ ਘਰ ਹੀ ਕੈਨੇਡਾ ਹੈ ਕੋਈ ਸ਼ੌਂਕ ਨਹੀਂ ਹੈ ਮੈਨੂੰ ਬਾਹਰ ਜਾਣ ਦਾ ਆ ਲਓ ਮੈਂ ਆਪਣਾ ਪਾਸਪੋਰਟ ਹੀ ਪਾੜ ਦਿੰਗਾ ਤੂੰ ਕੁਝ ਬੋਲਦੀ ਕਿਉਂ ਨਹੀਂ ਭੈਣੇ ਤੂੰ ਨਾਰਾਜ਼ ਹੈ ਮੇਰੇ ਨਾਲ ਨਾ ਭੈਣੇ ਮੇਰੇ ਤੋਂ ਨਾਰਾਜ਼ ਨਾ ਹੋ ਮੇਰੇ ਕੋਲ ਆ ਜਾ ਮੇਰੇ ਰਖੜੀ ਬਣ ਜਾ ਮੇਰੀ ਭੈਣੇ ਓਏ ਕਿਉਂ ਕਮਲ ਕੁੱਟਦਾ ਮੈਨੇ ਕੀ ਬੋਲਣਾ ਰਾਖ ਦੀ ਮੁੱਠੀ ਨੇ ਉਹ ਕਿਉਂ ਮਿੱਟੀ ਨੂੰ ਫਰੋਲਣ ਲੱਗੇ ਹੋਏ ਹੋ ਇਹ ਤਾਂ ਵਿਚਾਰੀ ਸੁਆਹ ਬਣ ਗਈ ਚਲੋ ਆਓ ਇਸ ਨੂੰ ਜਲ ਪ੍ਰਵਾਹ ਕਰਕੇ ਆਈਏ हेलो बलवीर सिंह जी ਇਹ 12 ਲੱਖ ਰੁਪਇਆ ਜਿਹੜਾ ਵਿਆਹ ਵੇਲੇ ਤੁਹਾਡੇ ਤੋਂ ਲਿਆ ਸੀ
ਆਹ ਲਓ ਸਰਦਾਰ ਬਲਵੀਰ ਸਿੰਘ ਜੀ, ਇਹਨਾਂ ਪੈਸੇ 'ਚੋਂ ਮੈਂ ਵੀ ਹਿੱਸਾ ਲਿਆ ਸੀ। ਹੋ ਸਕੇ ਤਾਂ ਮੈਨੂੰ ਮਾਫ ਕਰੀ ਯਾਰ। ਓਏ ਮੈਂ ਤੁਹਾਨੂੰ ਕੀ ਮਾਫ ਕਰ ਸਕਦਾ? ਮੈਂ ਤਾਂ ਆਪ ਗੁਨਹਗਾਰ ਹਾਂ। ਬਸ ਰੱਬ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਕੋਈ ਵੀ ਆਪਣੀ ਧੀ ਦਾ ਦੁੱਖ ਨਾ ਵੇਖੇ। ਏ ਮੇਰੇ ਮਾਲਕਾ, ਅਸੀਂ ਸਾਰੇ ਲਾਲਚੀ ਹਾਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਲਚ ਨਾਲ ਜੁੜੇ ਹੋਏ। ਸਾਨੂੰ ਸਮੱਤ ਬਖਸ਼ੀ ਮਾਲਕਾ ਕਿ ਅਸੀਂ ਆਪਣੀਆਂ ਧੀਆਂ ਦੀ ਰਾਖੀ ਆਪ ਕਰ ਸਕੀਏ। ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਮਾਲਕਾ, ਮਿਹਰ ਕਰ, ਕਿਰਪਾ ਕਰ।